ਸਤਨਾਮ ਵਾਹਿਗੁਰੂ ਸਾਹਿਬ ਜੀ। ਆਪ ਲਿਏ ਲੜ ਲਾਏ, ਦਰ ਦਰਵੇਸ਼ ਸੇ ਤਿਨ ਧਨ ਜਣੇ ਦੀ ਮਾਓ, ਆਏ ਸਫਲ ਸੇ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਬਿਨਾ ਜਾਣੈ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨ ਮਰਨਾ ਹੋਏ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਐ, ਪੂਰਨ ਪਰਮਾਨੰਦ। ਬੇਸੁਮਾਰ ਅਥਾਹ ਗਨਤ ਤੋਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਆਪ ਸਭ ਗੁਰਸਿੱਖ ਸਤ ਸੰਗੀ ਜਨ ਬੜੇ ਅਦਬ ਪ੍ਰੀਤ ਭਾਵਨਾ ਜਗਿਆਸਾ ਦੇ ਸਹਿਤ ਗੁਰੂ ਸਾਹਿਬ ਜੀ ਦੀ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋ ਜੀ। ਬੜੇ ਹੀ ਸੁਭਾਗਸ਼ਾਲੀ ਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈ ਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਮਰਦ ਅਗੰਮੜੇ ਸੂਰਬੀਰ ਵਰਿਆਮ, ਧਰਮ ਯੁੱਧ ਦਾ ਪ੍ਰਚੰਡ ਚਾਉ ਰੱਖਣ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਲਾਸਾਨੀ ਧਰਮ ਯੁੱਧ ਦੀ ਮਹਾਂਗਾਥਾ ਜਿਹੜੀ ਆਨੰਦਪੁਰ ਸਾਹਿਬ ਨਗਰ ਛੱਡਣ ਤੋਂ ਸ਼ੁਰੂ ਹੋਈ, ਉਸ ਗਾਥਾ ਦਾ ਇੱਕ ਵੱਡਾ ਮੁਕਾਮ ਸਿਰਜਿਆ ਗਿਆ ਚਮਕੌਰ ਦੀ ਗੜੀ ਦੇ ਵਿੱਚ, ਜਦੋਂ ਗੁਰੂ ਸਾਹਿਬ ਜੀ ਦੇ ਵੱਡੇ ਲਾਲਾਂ ਪਿਆਰਿਆਂ ਤੇ 40 ਮਰਜੀਵੜੇ ਸਿੰਘਾਂ ਨੇ ਸ਼ਹੀਦੀ ਪਾਈ। ਹੁਣ ਗੁਰੂ ਕੀ ਉਸ ਧਰਮ ਯੁੱਧ ਦੀ ਮਹਾਂਗਾਥਾ ਦੇ ਵਿੱਚ ਦੂਜਾ ਇੱਕ ਵੱਡਾ ਅਧਿਆਏ
ਲਿਖਣ ਜਾ ਰਹੇ ਹਨ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ। ਨਾਲ ਬਿਰਧ ਮਾਤਾ, ਪੂਜਨੀਕ ਮਾਤਾ, ਬੰਦਗੀ ਦੀ ਮੂਰਤ, ਸਿਰੜ ਦੀ ਮੂਰਤ ਮਾਤਾ ਗੁਜਰੀ ਜੀ ਹਨ। ਇਹਨਾਂ ਨੇ ਅੱਜ ਦੇ ਦਿਨ 13 ਪੋਹ ਨੂੰ ਸਰਹਿੰਦ ਦੀ ਧਰਤੀ ਤੇ ਉਸ ਲਾਸਾਨੀ ਸਾਕੇ ਦੀ ਇਬਾਰਤ ਲਿਖੀ, ਉਸ ਲਾ ਮਿਸਾਲ ਇਤਿਹਾਸ ਦੀ ਸਿਰਜਣਾ ਕੀਤੀ, ਉਹ ਕੁਰਬਾਨੀਆਂ ਦੀ ਪੈੜ ਸਿਰਜੀ, ਸ਼ਹੀਦੀਆਂ ਦੇ ਉਹ ਮਹਾਨ ਰੁਤਬੇ ਪਾਏ ਜਿਨ੍ਹਾਂ ਦੀ ਮਿਸਾਲ, ਜਿਨ੍ਹਾਂ ਦਾ ਪ੍ਰਮਾਣ, ਜਿਨ੍ਹਾਂ ਵਰਗਾ ਦੁਨੀਆ ਦੇ ਇਤਿਹਾਸ ਵਿੱਚ, ਦੁਨੀਆ ਦੇ ਕਿਸੇ ਖਿੱਤੇ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ। ਅੱਜ ਦਾ ਦਿਨ ਇਹ 13 ਪੋਹ ਦਾ ਦਿਨ ਹੈ। ਜਦੋਂ ਸਿੱਖ ਸਿਮਰਤੀ ਨੂੰ ਅਸੀਂ 13 ਪੋਹ ਦੇ ਵਿੱਚ ਯਾਦ ਕਰਦੇ ਹਾਂ ਤਾਂ ਸਾਡੇ ਮਨਾਂ ਅੰਦਰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਾ ਸ਼ਹੀਦੀਆਂ ਵਾਲਾ ਬਿੰਬ ਉੱਭਰਦਾ ਹੈ। ਗੁਰੂ ਸਾਹਿਬ ਜੀ ਨੇ ਜਿਹੜਾ ਖਾਲਸਾ ਪੰਥ ਸਾਜਿਆ, ਇਹ ਸਾਕਿਆਂ ਦੇ ਵਿੱਚੋਂ, ਘੱਲੂ ਘਾਰਿਆਂ ਦੇ ਵਿੱਚੋਂ, ਸ਼ਹੀਦੀਆਂ ਦੇ ਵਿੱਚੋਂ, ਜੰਗਾਂ ਦੇ ਵਿੱਚੋਂ ਗੁਜ਼ਰ ਕੇ ਆਪਣੀ ਸ਼ੁੱਧਤਾ ਨੂੰ ਗ੍ਰਹਿਣ ਕਰਦਾ ਰਿਹਾ ਹੈ। ਉਸ 13 ਪੋਹ ਦੇ ਸਾਕੇ ਦੀ ਯਾਦ ਵਿੱਚ ਆਪ ਜੀ ਜੁੜ ਬੈਠੇ ਹੋ। ਗੁਰੂ ਸਾਹਿਬ ਜੀ ਦੇ ਲਾਲ, ਉਹਨਾਂ ਦੇ ਚਰਨਾਂ 'ਚ ਸਜਦਾ ਕਰਨਾ ਹੈ। ਗੁਰੂ ਸਾਹਿਬ ਜੀ ਦੀ ਪੂਜਨੀਕ ਮਾਤਾ, ਉਹਨਾਂ ਦੀ ਬੰਦਗੀ ਨੂੰ, ਉਹਨਾਂ ਦੀ ਸ਼ਹੀਦੀ ਨੂੰ ਨਮਨ ਕਰਨਾ ਹੈ। ਸੋ ਇੱਥੋਂ ਲੜੀਵਾਰ ਵਿਚਾਰ ਇਸ ਸਾਕਾ ਸਰਹੰਦ ਦੀ ਆਰੰਭ ਕਰਨ ਤੋਂ ਪਹਿਲਾਂ ਸ਼ਹੀਦਾਂ ਦੇ ਮੁਬਾਰਕ ਚਰਨਾਂ ਦਾ ਧਿਆਨ ਧਰ ਕੇ ਆਪਣੀ ਸੁਰਤ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਲੀਨ ਕਰਕੇ ਬੜੇ ਹੀ ਇਕਾਗਰ ਤੇ ਅਦਬ ਭਾਵ ਦੇ ਨਾਲ ਗੁਰਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦ ਆਨੰਦਪੁਰ ਸਾਹਿਬ ਛੱਡਣ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਪਣੇ ਪਰਿਵਾਰ ਦੇ, ਸਾਰੇ ਪਰਿਵਾਰ ਦਾ ਚੰਗੀ ਤਰ੍ਹਾਂ ਹਾਲ ਚਾਲ ਪੁੱਛਿਆ, ਸਾਰਿਆਂ ਨੂੰ ਨਗਰ ਚੋਂ ਬਾਹਰ ਕਿਵੇਂ ਜਾਣਾ ਤਾਕੀਦ ਕੀਤੀ ਨਾ। ਤੇ ਉਸ ਸਮੇਂ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਗੁਜਰੀ ਜੀ ਕੋਲ ਗਏ ਤੇ ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਿਆਂ ਦੇ ਮਾਤਾ ਦੀ ਇੱਛਾ ਜਾਣ ਕੇ ਕਿ ਇਹ ਇਕੱਠੇ ਚੱਲਣਾ ਚਾਹੁੰਦੇ ਨੇ, ਗੁਰੂ ਸਾਹਿਬ ਜੀ ਨੇ ਇਕੱਠੇ ਹੀ ਇਹਨਾਂ ਨੂੰ, ਜਿਹੜਾ ਕਾਫਲਾ ਆਨੰਦਪੁਰ ਸਾਹਿਬ ਦੇ ਵਿੱਚੋਂ ਨਿਕਲਿਆ, ਉਹਦੇ ਨਾਲ ਭੇਜਿਆ ਸੀ ਮਾਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ। ਉੱਥੇ ਚੱਲਣ ਸਮੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੰਤਰਜਾਮੀ ਸਤਿਗੁਰੂ ਨੇ ਨਾ ਇੱਕ ਬਚਨ ਉਚਾਰੇ ਸਨ। ਕਹਿਣ ਲੱਗੇ ਛੋਟੇ ਸਾਹਿਬਜ਼ਾਦਿਆਂ ਨੂੰ ਕਿ ਤੁਹਾਡੇ ਨਾਮ ਜਿਹੜੇ ਬੜੇ ਕਮਾਲ ਹਨ, ਤੁਹਾਡੇ ਨਾਮਾਂ ਦੀ ਅਜ਼ਮਤ ਨਾ ਸੰਸਾਰ ਵਿੱਚ ਜ਼ਾਹਰ ਹੋਣੀ ਹੈ। ਭਾਵੇਂ ਤੁਸੀਂ ਅਜੇ ਤਲਵਾਰਾਂ ਨਹੀਂ ਪਕੜਦੇ ਜਾਂ ਵੱਡੇ ਯੁੱਧ ਨਹੀਂ ਕਰਦੇ, ਪਰ ਤੁਹਾਡੇ ਅੰਦਰ ਸਿਦਕ ਦੀਆਂ, ਸਬਰ ਦੀਆਂ, ਸਿਰੜ ਦੀਆਂ, ਕੁਰਬਾਨੀ ਦੀਆਂ, ਤੁਹਾਡੀਆਂ ਦੇਹਾਂ ਹੀ ਐਸੀਆਂ ਤਲਵਾਰਾਂ ਹਨ ਜਿਹੜੀਆਂ ਜ਼ੁਲਮ ਦੀਆਂ ਜੰਜੀਰਾਂ ਨੂੰ, ਅਤਿਆਚਾਰ ਦੇ ਸੰਗਲਾਂ ਨੂੰ ਕੱਟ ਕੇ ਵਗਾ ਕੇ ਦੂਰ ਮਾਰਨਗੀਆਂ। ਤੁਹਾਡਾ ਨਾਮ ਹੀ ਕੇਵਲ ਜੋਰਾਵਰ ਨਹੀਂ ਹੈ, ਤੁਹਾਡੀ ਦੇਹਾਂ ਦੇ ਵਿੱਚ ਬੰਦਗੀ ਦਾ, ਸੱਚ ਦੇ ਉੱਪਰ ਚੱਲਣ ਦਾ ਜ਼ੋਰ ਜ਼ੁਲਮ ਨੂੰ ਦਲ ਮਲ ਕੇ ਰੱਖ ਦੇਵੇਗਾ। ਤੁਹਾਡਾ ਕੇਵਲ ਨਾਮ ਹੀ ਫਤਿਹ ਸਿੰਘ ਨਹੀਂ ਹੈ, ਤੁਹਾਡੇ ਅੰਦਰ ਪਰਮੇਸ਼ਰ ਦੇ ਭਰੋਸੇ ਦੀ, ਕੁਰਬਾਨੀਆਂ ਦਾ ਰੁਤਬਾ ਪਾ ਕੇ ਸ਼ਹੀਦਾਂ ਵਾਂਗ ਚਮਕਣ ਦੀ ਏਡੀ ਵੱਡੀ ਅਜ਼ਮਤ ਸਮਾਈ ਹੋਈ ਹੈ ਕਿ ਆਪ ਦੀ ਜ਼ੁਲਮ ਦੇ ਗੜ੍ਹ ਨੂੰ ਮੇਟ ਕੇ ਉੱਥੇ ਆਪਣੀ ਸੱਚ ਦੀ ਫਤਿਹ ਦਾ ਨਿਸ਼ਾਨ ਲਗਾ ਦੋਗੇ। ਮਹਾਰਾਜ ਨੇ ਬਚਨ ਕਰੇ। ਹੁਣ ਜਦੋਂ ਮਾਤਾ ਗੁਜਰੀ ਜੀ 12 ਪੋਹ ਦੀ ਰਾਤ ਨੂੰ ਸਾਰਾ ਸਫ਼ਰ ਤੈਅ ਕਰਕੇ ਵਿਖੜੇ ਪੈਂਡਿਆਂ ਦੇ ਔਖੀਆਂ ਰਾਤਾਂ ਮਾਲਕ ਦੇ ਭਾਣੇ ਵਿੱਚ ਰਾਜੀ ਬੰਦਗੀ ਨਾਲ ਜੁੜੇ ਸ਼ਹੀਦਾਂ ਦਾ ਧਿਆਨ ਧਰਦਿਆਂ ਹੋਇਆਂ ਸਰਹੰਦ ਆ ਗਏ। 12 ਪੋਹ ਦੀ ਜਿਹੜੀ ਰਾਤ ਹੈ, ਹੁਣ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਹਨ ਠੰਡੇ ਬੁਰਜ ਦੇ ਅੰਦਰ ਹਨ। ਸਰਦੀ ਆਪਣੇ ਸਿਖਰ ਤੇ ਹੈ। ਸਰਦੀ ਇੰਨਾ ਜ਼ਿਆਦਾ ਆਪਣੇ ਸਿਖਰ ਤੇ ਹੈ ਕਿ ਸੀਤ ਲਹਿਰਾਂ ਜਿਹੜੀਆਂ ਹਨ ਜਿਉਂ-ਜਿਉਂ ਹੱਥਾਂ ਨੂੰ, ਸਰੀਰ ਨੂੰ ਛੂੰਹਦੀਆਂ ਹਨ, ਸਰੀਰ ਨੂੰ ਬਰਫ਼ ਬਣਾਈ ਜਾਂਦੀਆਂ। ਇੰਨਾ ਜ਼ਿਆਦਾ ਕੋਰੇ ਦਾ, ਕੱਕਰ ਦਾ ਪ੍ਰਭਾਵ ਹੈ ਕਿ ਸਾਹ ਜਿਹੜੀ ਸਰੀਰ ਦੇ ਹਰ ਇੱਕ ਹਿੱਸੇ ਦੇ ਵਿੱਚ ਖੂਨ ਜੰਮਣ ਤੱਕ ਜਾ ਰਿਹਾ ਹੈ। ਭਾਵ ਕਿ ਇੱਕ ਪਾਸੇ ਤਾਂ ਸ਼ਹੀਦੀਆਂ ਦੇ ਜਦੋਂ ਗਰਦਨਾਂ ਦੇ ਉੱਪਰ ਖੰਜਰ ਕਿਰਪਾਨਾਂ ਚੱਲਣੀਆਂ ਨੇ, ਇੱਕ ਤਾਂ ਉਹ ਕਹਿਰ ਹੋਏਗਾ, ਪਰ ਉਸ ਤੋਂ ਪਹਿਲਾਂ ਸਰਦੀ ਵੀ ਆਪਣਾ ਕਹਿਰ ਕਰ ਰਹੀ ਹੈ, ਕਿਤੇ ਸ਼ਹੀਦਾਂ ਨੂੰ ਦੀਨ ਅਮਾਨ ਤੋਂ ਸਿਦਕ ਤੋਂ ਡੁਲਾ ਦੇਵਾਂ।
ਮਾਤਾ ਗੁਜਰੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ 12 ਪੋਹ ਦੀ ਜਿਹੜੀ ਕਚਹਿਰੀ ਦੀ ਪੇਸ਼ੀ ਹੋਈ ਸੀ, ਉਹਦੇ ਵਿੱਚ ਭਾਵੇਂ ਇਹਨੇ ਸੂਬੇਦਾਰ ਵਜ਼ੀਰ ਖਾਨ ਨੇ, ਸੁੱਚਾ ਆਨੰਦ ਵਰਗਿਆਂ ਨੇ ਬੜੇ ਕਪਟ ਕਰ ਕਰਕੇ ਸਾਹਿਬਜ਼ਾਦਿਆਂ ਨੂੰ ਲਾਲਚ ਦਿਖਾ ਕੇ, ਜਾਨ ਦਾ ਖੌਫ ਦਿਖਾ ਕੇ ਭਰਮਾਉਣਾ ਚਾਹਿਆ, ਡਲਾਉਣਾ ਚਾਹਿਆ, ਪਰ ਗੁਰੂ ਸਾਹਿਬ ਜੀ ਦੇ ਲਾਲਾਂ ਦਾ ਸਿਦਕ ਜਰਾ ਰੱਤੀ ਭਰ ਵੀ ਆਂਚ ਨਾ ਆਈ। ਜਦੋਂ 12 ਪੋਹ ਦੀ ਕਚਹਿਰੀ ਦੇ ਵਿੱਚ ਆਖਰ ਕਾਜ਼ੀ ਰੁਸਤਮਦੀਨ ਤੇ ਅਲੀ ਖਾਨ ਨੇ ਫਤਵਾ ਪੜ੍ਹ ਦਿੱਤਾ ਕਿ ਇਹਨਾਂ ਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇਗਾ, ਜਦੋਂ ਹੀ ਦੀਵਾਰਾਂ ਵਿੱਚ ਚਿਣਨ ਦੀ ਫਤਵੇ ਦੀ ਗੱਲ ਪੜ੍ਹੀ ਗਈ, ਜਿੰਨੇ ਕਚਹਿਰੀ 'ਚ ਲੋਕ ਹਨ ਸਾਰਿਆਂ ਦੀਆਂ ਜਿਵੇਂ ਧੜਕਣਾਂ ਰੁਕ ਗਈਆਂ, ਹੁਣ ਸਾਹ ਦੀ ਆਵਾਜ਼ ਤੱਕ ਆਉਣੀ ਬੰਦ ਹੋ ਗਈ। ਸਰਹੰਦ ਦੇ ਸੱਚ ਤੇ ਇਨਸਾਨੀਅਤ ਨੂੰ ਪਸੰਦ ਕਰਨ ਵਾਲੇ ਲੋਕ ਕਹਿਣ ਲੱਗੇ, ਕੀ ਜਿਹੜੇ ਨਗਰ ਵਿੱਚ ਅਸੀਂ ਵੱਸਦੇ ਹਾਂ, ਇਸ ਨਗਰ ਵਿੱਚ ਜ਼ੁਲਮ ਦੀ ਇੰਨੀ ਇੰਤਹਾ ਹੋਵੇਗੀ ਕਿ ਜਿਹੜੇ ਬੱਚਿਆਂ ਨੂੰ ਦੇਖ ਕੇ ਹਰੇਕ ਦੇ ਮਨ ਵਿੱਚ ਚਾਅ, ਮਲ੍ਹਾਰ, ਦਇਆ ਆ ਜਾਂਦੀ ਹੈ, ਉਹ ਬੱਚੇ ਇਸ ਧਰਤੀ ਤੇ ਇਸ ਫਤਵੇ ਦੇ ਅਧੀਨ ਕਤਲ ਕੀਤੇ ਜਾਣਗੇ। ਲੋਕਾਂ ਦੇ ਮਨਾਂ 'ਚੋਂ ਆਹਾਂ ਨਿਕਲੀਆਂ, ਹੌਕੇ ਨਿਕਲੇ ਏਡੇ ਏਡੇ ਵੱਡੇ ਕਿ ਕੀ ਸਾਡੀ ਧਰਤੀ ਜਿੱਥੇ ਅਸੀਂ ਰਹਿੰਦੇ ਹਾਂ, ਇਹ ਧਰਤੀ ਤੇ ਏਡਾ ਵੱਡੇ ਜ਼ੁਲਮ ਦੀ ਏਡੀ ਵੱਡੀ ਭਿਅੰਕਰ ਜਿਹੜੀ ਹੈ ਘਟਨਾ ਵਾਪਰੇਗੀ। ਲੋਕ ਆਪਣੇ ਮਨਾਂ ਅੰਦਰ ਪਛੇਮਾਨ ਵੀ ਹਨ। ਇੱਕ ਪਾਸੇ ਫਤਵੇ ਦੀ ਗੱਲ ਸੁਣ ਕੇ ਲੋਕ ਹੈਰਾਨ ਨੇ, ਦੂਜੇ ਪਾਸੇ ਸੁਣਿਆ ਕਿ ਗੁਰੂ ਸਾਹਿਬ ਜੀ ਦੇ ਲਾਲਾਂ ਨੇ ਫਤਵਾ ਸੁਣ ਕੇ ਵੀ ਅਡੋਲ ਰਹੇ। ਸੁੱਚਾ ਆਨੰਦ ਵਰਗੇ ਆਏ, ਕਹਿਣ ਲੱਗੇ ਫਤਵਾ ਸੁਣਿਆ ਜੀ? ਸਾਹਿਬਜ਼ਾਦੇ ਕਹਿਣ ਲੱਗੇ ਬਿਲਕੁਲ ਸੁਣਿਆ। ਕਹਿਣ ਲੱਗਾ ਡਰ ਨਹੀਂ ਆਇਆ ਫਤਵਾ ਸੁਣ ਕੇ? ਸਾਹਿਬਜ਼ਾਦੇ ਕਹਿਣ ਲੱਗੇ ਸੁੱਚਾ ਆਨੰਦ, ਤੂੰ ਬਾਰ-ਬਾਰ ਸਾਨੂੰ ਕਚਹਿਰੀ ਦੇ ਅੰਦਰ ਆ ਕੇ ਕਿਉਂ ਪਰਖਦਾ ਹੈ? ਪਤਾ ਨਹੀਂ ਤੈਨੂੰ ਕੀ ਸਾਡੇ ਜ਼ਿੰਦਗੀ ਦੇ ਉੱਪਰ ਸ਼ੱਕ ਦੀ ਗੁੰਜਾਇਸ਼ ਹੈ ਕਿ ਬਾਰ-ਬਾਰ ਆ ਕੇ ਤੂੰ ਡਲਾਉਣਾ ਚਾਹੁੰਦਾ, ਜਦੋਂ ਅਸੀਂ ਆਪਣੀ ਈਮਾਨ ਦੇ ਪੱਕੇ ਹਾਂ ਤੇ ਈਮਾਨ ਨਹੀਂ ਛੱਡਾਂਗੇ। ਜੇ ਅਸੀਂ ਈਮਾਨ ਛੱਡ ਦਿੱਤਾ ਸਾਡੀ ਜ਼ਿੰਦਗੀ ਇਸ ਕਰਕੇ, ਤੂੰ ਨਾ ਲਾਲਚ ਦਿਖਾ ਨਾ ਡਰ ਦਿਖਾ, ਤੂੰ ਆਰਾਮ ਨਾਲ ਰਹਿ ਆਪਣਾ। ਫਿਰ ਵੀ ਸੂਬੇਦਾਰ ਵਜ਼ੀਰ ਖਾਨ ਕਹਿਣ ਲੱਗਾ, ਅੱਜ ਦੀ ਰਾਤ ਤੁਹਾਡੇ ਕੋਲ ਆਖਰੀ ਰਾਤ ਹੈ, ਆਪਣੀ ਦਾਦੀ ਮਾਂ ਨਾਲ ਜਾ ਕੇ ਵਿਚਾਰ ਕਰ ਲਿਓ। ਜਾਨ ਬੜੀ ਕੀਮਤੀ ਹੈ, ਦੁਬਾਰਾ ਮਿਲੇ ਜਾਂ ਨਾ ਮਿਲੇ ਦਾ ਪਤਾ ਨਹੀਂ, ਪਰ ਹੁਣ ਮਿਲੀ ਹੈ, ਇਹਨੂੰ ਬਚਾਉਣਾ, ਇਹਦੀ ਸੰਭਾਲ ਕਰਨੀ, ਜ਼ਿੰਦਗੀ ਦੇ ਸੁੱਖ ਮੰਨਣੇ। ਕਹਿਣ ਲੱਗਾ ਜਿਸ ਸੱਚ ਦੀ ਤੁਸੀਂ ਜਿੱਦ ਫੜੀ ਹੈ, ਸੱਚ ਜਾਨ ਲੈ ਲੈਂਦਾ, ਦਿੰਦਾ ਕੁਝ ਵੀ ਨਹੀਂ। ਸਾਹਿਬਜ਼ਾਦੇ ਅਡੋਲ ਰਹੇ, ਬੜੀ ਗਰਜਵੀਂ ਆਵਾਜ਼ ਦੇ ਵਿੱਚ ਫਰ ਫਤਿਹ ਗੁਜਾਈ ਤੇ ਫਿਰ ਸਭਾ ਰੁਖਸਤ ਹੋ ਗਈ। ਕਚਹਿਰੀ ਜਿਹੜੀ ਰੁਖਸਤ ਹੋ ਗਈ ਤੇ ਛੋਟੇ ਸਾਹਿਬਜ਼ਾਦੇ ਸੈਨਿਕਾਂ ਦੇ, ਸਿਪਾਹੀਆਂ ਦੇ ਸਖਤ ਪੈਰੇ ਹੇਠ ਫਿਰ ਠੰਡੇ ਬੁਰਜ ਅੰਦਰ ਲਿਜਾਏ ਗਏ। ਜਾ ਕੇ ਜਦੋਂ ਲੋਕ ਆਪੋ ਆਪਣੇ ਘਰਾਂ ਨੂੰ ਚਲ ਗਏ, ਗੱਲਾਂ ਕਰਦੇ ਜਾ ਰਹੇ ਹਨ ਕਿ 13 ਪੋਹ ਦੇ ਦਿਨ ਕੀ ਹੋਵੇਗਾ, ਕੀ ਵਾਪਰੇਗਾ। ਕੋਈ ਕਹਿੰਦਾ ਡੋਲ ਜਾਣਗੇ, ਕੋਈ ਕਹਿੰਦਾ ਨਹੀਂ ਡੋਲਣਗੇ, ਬੜੇ ਪੱਕੇ ਹਨ। ਕੋਈ ਆਖਦਾ ਕੋਈ ਗੱਲਾਂ ਕਰ ਰਿਹਾ, ਕੋਈ ਕੁਝ ਗੱਲਾਂ ਕਰ ਰਿਹਾ। ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੋਲ ਪਹੁੰਚੇ। ਮਾਤਾ ਗੁਜਰੀ ਜੀ ਜਿਹੜੀ ਮਾਤਾ ਗੁਜਰੀ ਜੀ ਦੀਆਂ ਜ਼ਿੰਦਗੀ ਦੀਆਂ ਉਡੀਕਾਂ ਦੇਖਣੀਆਂ ਪੈਣਗੀਆਂ। ਕਦੇ ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਦਗੀ 'ਚ ਉਡੀਕ ਕੀਤੀ ਹੈ ਸਭ ਤੋਂ ਪਹਿਲਾਂ ਆਪਣੇ ਲਾਲ ਦੀ। ਮਾਤਾ ਗੁਜਰੀ ਜੀ ਦੇ ਵਿਆਹ ਤੋਂ ਕਿੰਨੇ ਸਾਲਾਂ ਬਾਅਦ ਸੰਤਾਨ ਹੋਈ ਉਹਨਾਂ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਡੀਕ ਸ਼ਬਦ ਦੀ ਗੱਲ ਕਰਦੇ ਆ ਨਾ ਆਪਾਂ, ਏਡੀ ਵੱਡੀ ਉਡੀਕ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਪਣੇ ਵਿਆਹ ਤੋਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ ਪੁੱਤਰ ਦਾ ਮੂੰਹ ਉਹਨਾਂ ਨੇ ਬੜੇ ਲੰਮੇ ਸਮੇਂ ਬਾਅਦ ਦੇਖਿਆ, ਕਈ ਸਾਲ ਲੰਘ ਗਏ ਸਨ। ਫਿਰ ਇੱਕ ਉਡੀਕ ਕੀਤੀ ਜਦ ਹਿੰਦੂ ਧਰਮ ਦੀ ਰੱਖਿਆ ਦੇ ਲਈ ਧਰਮ ਦੀ ਚਾਦਰ ਬਣ ਕੇ 9ਵੇਂ ਪਾਤਸ਼ਾਹ ਦਿੱਲੀ ਗਏ। ਦਿੱਲੀ ਕੀ ਹੋਵੇਗਾ, ਕਿਵੇਂ 9ਵੇਂ ਪਾਤਸ਼ਾਹ ਨਾਲ ਗੁਜ਼ਰੇਗੀ, ਦਿੱਲੀੋਂ ਕਿਵੇਂ 9ਵੇਂ ਪਾਤਸ਼ਾਹ ਪਰਤਣਗੇ, ਇਸ ਗੱਲ ਦੀ ਉਡੀਕ ਕੀਤੀ ਤੇ ਉਸ ਉਡੀਕ ਦਾ ਕੀ ਫਲ ਬਣਿਆ ਕਿ 9ਵੇਂ ਪਾਤਸ਼ਾਹ ਦੇ ਸ਼ਹੀਦੀ ਸੀਸ ਦੇ ਦਰਸ਼ਨ ਕਰਨੇ ਨਸੀਬ ਹੋਏ। ਮਾਤਾ ਗੁਜਰੀ ਜੀ ਨੂੰ ਇੱਕ ਉਡੀਕ ਉਹ ਕੀਤੀ। ਹੁਣ ਇੱਕ ਉਡੀਕ ਮਾਤਾ ਗੁਜਰੀ ਜੀ ਦੇ ਜੀਵਨ ਵਿੱਚ ਇਹ ਹੈ ਕਿ ਪਹਿਲੀ ਪੇਸ਼ੀ ਦੇ ਸਾਹਿਬਜ਼ਾਦੇ ਗਏ, ਉਡੀਕ ਕੀਤੀ ਹੈ ਕੀ ਵਾਪਰਿਆ ਹੋਵੇਗਾ। ਜੇ ਦੂਜੀ ਪੇਸ਼ੀ 'ਚੋਂ ਆਏ ਹਨ, ਬੜੀ ਗਹਿਰੀ ਉਡੀਕ ਦੇ ਵਿੱਚ ਪਏ ਹਨ। ਇੱਕ ਸੱਚਾ ਸੁੱਚਾ ਫਿਕਰ ਵੀ ਹੈ ਮਾਤਾ ਗੁਜਰੀ ਜੀ ਦੇ ਹਿਰਦੇ ਅੰਦਰ ਕਿ ਪਹਿਲੀਆਂ 2 ਪੇਸ਼ੀਆਂ ਦੇ ਸਾਬਤ ਰਹੇ ਹਨ। ਰੱਤੀ ਭਰ ਇਹਨਾਂ ਦੇ ਸਿਦਕ ਨੂੰ, ਇਹਨਾਂ ਦੇ ਭਰੋਸੇ ਨੂੰ, ਇਹਨਾਂ ਦੇ ਜਜ਼ਬੇ ਨੂੰ ਆਂਚ ਨਹੀਂ ਆਈ। ਹੁਣ ਕੀ ਹੋਵੇਗਾ?
ਜਦੋਂ ਸਾਹਿਬਜ਼ਾਦੇ ਠੰਡੇ ਬੁਰਜ ਚੜ੍ਹ ਕੇ ਮਾਤਾ ਗੁਜਰੀ ਜੀ ਦੇ ਕੋਲ ਗਏ, ਚਰਨ ਸਪਰਸ਼ ਕਰਕੇ ਤੁਰੰਤ ਕੋਲ ਬਹਿ ਗਏ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਮਾਤਾ ਗੁਜਰੀ ਜੀ ਕਹਿਣ ਲੱਗੇ, ਅੱਜ ਕਚਹਿਰੀ ਦੇ ਵਿੱਚ ਕੀ ਇਬਾਰਤ ਹੋਈ ਹੈ, ਸਾਰੀ ਬਾਤ ਦੱਸੋ। ਤੇ ਸਾਹਿਬਜ਼ਾਦਾ ਜੋਰਾਵਰ ਸਿੰਘ ਫਤਿਹ ਸਿੰਘ ਆਪਣੀ ਦਾਦੀ ਮਾਂ ਨੂੰ ਆਪਣੀ ਬਾਤ ਸੁਣਾ ਰਹੇ ਨੇ। ਸ਼ਹੀਦ ਆਪਣੇ ਹੋਣ ਦੀ ਬਾਤ ਆਪ ਸੁਣਾ ਰਿਹਾ। ਅਸੀਂ ਕਹਿੰਦੇ ਨਾ, ਨੌਵੇਂ ਪਾਤਸ਼ਾਹ ਜੀ ਨੇ, ਪੰਚਮ ਪਾਤਸ਼ਾਹ ਜੀ ਨੇ ਜੀ ਆਪਣੀ ਮਰਜ਼ੀ ਨਾਲ ਸ਼ਹਾਦਤ ਦੇ ਸਥਾਨ ਚੁਣੇ ਤੇ ਆਪਣੇ ਮੂੰਹ ਤੋਂ, ਆਪਣੀ ਰਸਨਾ ਤੋਂ ਪ੍ਰਗਟ ਕੀਤਾ ਕਿ ਅਸੀਂ ਸ਼ਹੀਦੀ ਦਾ ਜਾਮ ਪੀਵਾਂਗੇ। ਸਾਹਿਬਜ਼ਾਦਿਆਂ ਨੇ ਵੀ ਆਪਣੇ ਮੁਖ ਤੋਂ ਆਪਣੀ ਮਾਤਾ ਨੂੰ ਸ਼ਹੀਦੀਆਂ ਦਾ ਫਤਵਾ ਸੁਣਾਇਆ। ਕਹਿਣ ਲੱਗੇ, ਮਾਤਾ ਜੀ ਅੱਜ ਕਚਹਿਰੀ ਦੇ ਵਿੱਚ ਉਹੀ ਕਪਟੀ ਸੁੱਚਾ ਆਨੰਦ ਵਰਗੇ ਮਕਾਰਾਂ ਨੇ ਸਾਡੀਆਂ ਬਾਲ ਵਰੇਸ ਦੀਆਂ ਉਮਰਾਂ ਨੂੰ ਦੇਖ ਕੇ ਲਾਲਚ ਦੇ ਨਾਲ, ਡਰ ਦੇ ਨਾਲ ਧਮਕਾਉਣਾ ਚਾਹਿਆ, ਛਲਣਾ ਚਾਹਿਆ, ਪਰ ਅਸੀਂ ਤੁਹਾਡੀ ਧੁਨ, ਪਕਾਈ ਹੋਈ ਧੁਨ ਦੇ ਪੱਕੇ ਰਹੇ ਕਿ ਨਾ ਕਿਸੇ ਲਾਲਚ ਵਿੱਚ, ਨਾ ਕਿਸੇ ਡਰ ਵਿੱਚ। ਭੈ ਕਾਹੂ ਕੋ ਦੇਤ ਨੈ ਭੈ ਮਾਨ ਧਿਆਨ। ਮਾਤਾ ਜੀ ਅਸੀਂ ਆਪਣੀ ਧੁਨ ਨਹੀਂ ਛੱਡੀ, ਨਾ ਕੋਈ ਲਾਲਚ ਪ੍ਰਵਾਨ ਕੀਤਾ, ਨਾ ਕੋਈ ਡਰ ਪ੍ਰਵਾਨ ਕੀਤਾ, ਤੇ ਨਾ ਹੀ ਸੱਚ ਦੇ ਅਕੀਦੇ ਤੋਂ ਡੋਲਣ ਦਾ, ਧਰਮ ਬਦਲਣ ਦਾ, ਧਰਮ ਦੀ ਕਿਸੇ ਤਰ੍ਹਾਂ ਦਾ ਕੋਈ ਪ੍ਰਵਾਨ ਨਹੀਂ ਕੀਤਾ। ਕਹਿਣ ਲੱਗੇ, ਇਸ ਤੋਂ ਬਾਅਦ ਕਚਹਿਰੀ 'ਚ ਕਹਿਣ ਲੱਗੇ, ਜਦੋਂ ਅਸੀਂ ਸਾਰੇ ਕੁਝ ਤੋਂ ਨਾ ਕਰ ਦਿੱਤੀ ਕਿ ਨਾ ਲਾਲਚ ਮੰਨਾਂਗੇ, ਨਾ ਡਰ ਮੰਨਾਂਗੇ, ਨਾ ਈਨ ਧਰਮ ਤਬਦੀਲ ਕਰਾਂਗੇ, ਨਾ ਹੀ ਤੁਹਾਡੇ ਅੱਗੇ ਝੁਕਾਂਗੇ, ਤੇ ਕਹਿਣ ਲੱਗੇ ਫਿਰ ਇਹਨਾਂ ਨੇ, ਜਿਹੜੇ ਕਚਹਿਰੀ ਵਾਲੇ ਹਨ, ਸੂਬੇਦਾਰ ਵਜ਼ੀਰ ਖਾਂ ਵਰਗਿਆਂ ਨੇ, ਉਹਨਾਂ ਦੇ ਕਾਦੀਆਂ ਨੇ ਇੱਕ ਫਤਵਾ ਸੁਣਾਇਆ ਕਿ ਕੱਲ੍ਹ ਤੁਹਾਨੂੰ ਦੀਵਾਰਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏਗਾ। ਮਾਤਾ ਜੀ ਅੱਜ ਦੀ ਪੇਸ਼ੀ ਦੇ ਵਿੱਚੋਂ ਅਸੀਂ ਆਪਣੀ ਸ਼ਹੀਦੀਆਂ ਦੇ ਫਤਵਿਆਂ ਦੀ ਜਿਹੜੀ ਇਬਾਰਤ ਹੈ, ਖਬਰ ਹੈ, ਲੈ ਕੇ ਆਏ ਹਾਂ ਤੁਹਾਡੇ ਕੋਲੋਂ। ਮਾਤਾ ਜੀ ਕੱਲ੍ਹ ਜੇ ਅਸੀਂ, ਜਦੋਂ 13 ਪੋਹ ਦਾ ਦਿਨ ਚੜ੍ਹਨਾ ਹੈ, ਸਾਨੂੰ ਲੱਗਦਾ ਸਾਨੂੰ ਸ਼ਹੀਦੀਆਂ ਦੇ ਮੁਕਾਮ ਨਸੀਬ ਹੋਣੇ ਨੇ। ਅੱਜ ਦੀ ਕਚਹਿਰੀ ਦੀ ਇਹ ਖਬਰ ਹੈ। ਮਾਤਾ ਗੁਜਰੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਜਿਹੜੇ ਸਫ਼ਰਾਂ ਤੇ ਤੁਰੇ, ਇਹ ਸਫ਼ਰ ਸ਼ਹੀਦੀਆਂ ਤੇ ਜਾ ਕੇ ਸੰਪੂਰਨ ਹੁੰਦੇ ਨੇ। ਮਾਤਾ ਗੁਜਰੀ ਜੀ ਨੇ ਉਸੇ ਵਕਤ ਸਾਹਿਬਜ਼ਾਦਿਆਂ ਨੂੰ ਦੁਲਾਰ ਕੀਤਾ ਤੇ ਸਾਰਾ ਦਿਨ ਲੰਘਿਆ ਤੇ 12 ਪੋਹ ਦੀ ਜਦ ਸ਼ਾਮ ਆਈ, ਮੋਤੀ ਰਾਮ ਵਰਗਿਆਂ ਨੇ ਦੁੱਧ ਦੀ ਸੇਵਾ ਕੀਤੀ, ਬੜਾ ਵੱਡਾ ਪੁੰਨ ਕਮਾਇਆ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਜਿਹੜੀ ਗਾਥਾ, ਜਿਹੜੀ ਆਪਾਂ ਉਹਨਾਂ ਦੀਆਂ ਜੀਵਨ ਦੀਆਂ ਉਚਾਈਆਂ ਦੇ ਹਿਸਾਬ ਨਾਲ ਜੇ ਚਿਤਵੀਏ ਨਾ, ਤਾਂ ਕੀ ਬਣਦੀ ਇਹ ਸਮਝਣਾ ਸਾਨੂੰ ਜ਼ਰੂਰੀ ਵੀ ਜਿੱਦਾਂ ਵੱਡਾ ਉਹਨਾਂ ਦੇ ਬੰਦਗੀ ਦੇ, ਉਹਨਾਂ ਦੇ ਕਿਰਦਾਰ ਹਨ, ਜਿੰਨਾ ਉਹਨਾਂ ਦੀ ਸਿੱਖੀ ਜੀਵਨ ਵਿੱਚ ਪ੍ਰੀਤ ਹੈ, ਭਰੋਸਾ ਹੈ, ਜਿੱਡੇ ਵੱਡੇ ਕੁਰਬਾਨੀਆਂ ਦੇ ਜਜ਼ਬੇ ਉਹ ਆਪਣੇ ਦਿਲਾਂ ਅੰਦਰ ਰੱਖ ਕੇ ਤੁਰਦੇ ਹਨ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਉੱਚੀਆਂ ਹੋਣਗੀਆਂ। ਉਹਨਾਂ ਦੇ ਗੱਲਾਂ ਬਾਤਾਂ ਦੇ ਵਿੱਚ ਵੀ ਬੜੇ ਵੱਡੇ ਜਿਹੜੇ ਹਨ ਧਰਮ ਦੇ ਜੂਝਣ ਦੀ ਭਾਵਨਾ ਦੇ ਸਬਕ ਪਏ ਹੋਣਗੇ। ਸਾਹਿਬਜ਼ਾਦਿਆਂ ਨੇ ਮਾਤਾ ਗੁਜਰੀ ਜੀ ਨੂੰ ਇੱਕ ਪ੍ਰਸ਼ਨ ਕੀਤਾ ਕਿ ਮਾਤਾ ਗੁਜਰੀ ਜੀ ਕੱਲ੍ਹ ਦੀਵਾਰਾਂ ਵਿੱਚ ਚਿਣ ਕੇ ਮਾਰ ਦੇਣਗੇ ਤੇ ਕਹਿੰਦੇ ਹਨ ਕਿ ਸ਼ਹੀਦ ਕਰ ਦੇਣਗੇ। ਮਾਤਾ ਜੀ ਸ਼ਹੀਦ ਕੌਣ ਹੁੰਦਾ ਹੈ, ਜਾਂ ਸ਼ਹੀਦ ਦੇ ਅਰਥ ਕੀ ਹੁੰਦੇ ਨੇ? ਮਾਤਾ ਗੁਜਰੀ ਜੀ ਕਹਿਣ ਲੱਗੇ, ਪੁੱਤ ਸ਼ਹੀਦ ਦਾ ਅਰਥ ਹੁੰਦਾ ਗਵਾਹ। ਕਹਿਣ ਲੱਗੇ, ਕਿਹੜਾ ਗਵਾਹ? ਮਾਤਾ ਗੁਜਰੀ ਜੀ ਕਹਿਣ ਲੱਗੇ, ਜਦੋਂ ਕੋਈ ਸੱਚ ਦੇ ਮਾਰਗ ਤੇ ਚੱਲਦਾ ਹੈ, ਜ਼ੁਲਮ ਤੇ ਅਤਿਆਚਾਰ ਦੇ ਖਿਲਾਫ ਲੜਦਾ ਹੈ, ਝੂਠ ਤੇ ਕੂੜ ਨੂੰ ਵੰਗਾਰ ਪਾਉਂਦਾ ਹੈ, ਜਦੋਂ ਕੋਈ ਪਰਉਪਕਾਰ ਦੇ ਲਈ, ਧਰਮ ਦੀ ਰੱਖਿਆ ਲਈ ਚੱਲਦਾ ਹੈ, ਤੇ ਉਹ ਆਪਣੇ ਅੰਦਰ ਸੱਚ ਵਾਲਾ ਯਕੀਨ ਪੱਕਾ ਕਰਕੇ ਵੀ ਸੱਚ ਮਿਟਦਾ ਨਹੀਂ, ਸੱਚ ਝੁਕਦਾ ਨਹੀਂ, ਸੱਚ ਜਲਾਇਆ ਨਹੀਂ ਜਾ ਸਕਦਾ, ਸੱਚ ਦਬਾਇਆ ਨਹੀਂ ਜਾ ਸਕਦਾ, ਸੱਚ ਰੋਲਿਆ ਨਹੀਂ ਜਾ ਸਕਦਾ, ਇਹਦੀ ਗਵਾਹੀ ਆਪਣੀ ਸ਼ਹੀਦੀ ਨਾਲ ਦਿੰਦਾ ਹੈ। ਤੇ ਉਹਦੇ ਮਰਨ ਤੋਂ ਬਾਅਦ ਉਹਦੀ ਸ਼ਹੀਦੀ ਉਸ ਸੱਚ ਦਾ ਜਿਹੜਾ ਕ੍ਰਿਸ਼ਮਾ ਜਗਤ ਵਿੱਚ ਜ਼ਾਹਰ ਕਰਦੀ ਹੈ ਕਿ ਸੱਚ ਦੀ ਗਵਾਹੀ ਦੇਣ ਵਾਲਾ ਤਾਂ ਮਰ ਜਾਂਦਾ ਹੈ, ਪਰ ਸੱਚ ਨਹੀਂ ਮਰਦਾ, ਭਾਵ ਕਿ ਉਹ ਚੀਜ਼ਾਂ ਫਿਰ ਅਟਲ ਰਹਿੰਦੀਆਂ ਹਨ। ਕਹਿਣ ਲੱਗੇ, ਜਿਵੇਂ ਨੌਵੇਂ ਪਾਤਸ਼ਾਹ ਨੇ ਆਪਣਾ ਜਿਹੜਾ ਹੈ ਉਹਨਾਂ ਦਾ ਸੀਸ ਧੜ ਦੋਵੇਂ ਸ਼ਹੀਦ ਹੋ ਗਏ, ਉਹਨਾਂ ਦਾ ਜੀਵਨ ਸ਼ਹੀਦ ਹੋ ਗਿਆ। ਉਹਨਾਂ ਨੇ ਸੱਚ ਦੇ ਵਿੱਚ ਯਕੀਨ ਰੱਖਿਆ ਕਿ ਸੱਚ ਕਦੇ ਮਰਦਾ ਨਹੀਂ, ਭਾਵੇਂ ਉਹ ਸ਼ਹੀਦ ਹੋ ਗਏ ਨੇ ਪੁੱਤਰ ਜੀ, ਪਰ ਕੀ ਉਹਨਾਂ ਦਾ ਨਾਮ ਮਿਟ ਗਿਆ? ਕੀ ਉਹ ਜਿਹੜੇ ਸਿਦਕ ਉੱਪਰ ਚੱਲੇ ਸਨ ਸੱਚ ਧਰਮ ਦੀ ਰੱਖਿਆ ਦਾ, ਉਹ ਮਿਟ ਗਿਆ? ਕਹਿਣ ਲੱਗੇ, ਨਹੀਂ। ਕਹਿਣ ਲੱਗੇ, ਪੁੱਤਰ ਸ਼ਹੀਦ ਉਹ ਹੁੰਦਾ ਜਿਹੜਾ ਸੱਚ ਦੇ ਵਿੱਚ ਭਰੋਸਾ ਰੱਖੇ। ਸੱਚ ਕੀ ਹੈ ਕਿ ਇਸ ਧਰਤੀ ਦੇ ਸਾਰੇ ਇੱਕੋ ਮਾਲਕ ਦੀ ਸੰਤਾਨ ਹਨ, ਕਿਸੇ ਤੇ ਜ਼ੁਲਮ ਨਹੀਂ ਹੋਣਾ ਚਾਹੀਦਾ। ਸੱਚ ਕੀ ਹੈ ਕਿ ਇਸ ਧਰਤੀ ਤੇ ਕੋਈ ਬੰਦਾ ਕੂੜਿਆਰੀ ਸੱਤਾ ਤੇ ਬਹਿ ਕੇ ਪ੍ਰਜਾ ਤੇ ਜ਼ੁਲਮ ਨਾ ਕਰ ਸਕੇ।
ਤੇ ਜੇ ਕਰ ਰਿਹਾ ਤੇ ਉਹਦੇ ਖਿਲਾਫ ਜਿਹੜਾ ਖੜੇਗਾ ਉਹ ਸੱਚ ਦਾ ਅਲੰਬਰਦਾਰ ਹੋਏਗਾ। ਕਹਿਣ ਲੱਗੇ ਮਾਤਾ ਜੀ ਫਿਰ ਸ਼ਹੀਦ ਕਿਵੇਂ ਬਣਦੇ ਨੇ? ਮਾਤਾ ਗੁਜਰੀ ਜੀ ਨੇ ਸ਼ਹੀਦੀਆਂ ਦਾ ਉਹ ਸਬਕ ਪੜ੍ਹਾਇਆ ਸਾਹਿਬਜ਼ਾਦਿਆਂ ਨੂੰ। ਕਹਿਣ ਲੱਗੇ ਪੁੱਤ ਸਭ ਤੋਂ ਪਹਿਲਾਂ ਜਿਹੜਾ ਆਪਣੇ ਤਨ ਦਾ ਮੋਹ ਨਹੀਂ ਪਾਲਦਾ, ਜਿਹਨੂੰ ਆਪਣੇ ਤਨ ਦੇ ਉੱਪਰ ਵੱਜੇ ਹੋਏ ਫੱਟਾਂ ਦਾ, ਜ਼ਖਮਾਂ ਦਾ, ਚੋਟਾਂ ਦਾ, ਆਏ ਹੋਏ ਵੱਜੇ ਹੋਏ ਕੰਡਿਆਂ ਦਾ ਕਿਸੇ ਵੀ ਤਰੀਕੇ ਨਾਲ ਦੁੱਖ ਨਹੀਂ ਸੰਤਾਉਂਦਾ, ਜਿਹਨੇ ਆਪਣੇ ਤਨ ਦੀ ਹੰਗਤਾ ਨੂੰ ਜਿੱਤਿਆ ਹੁੰਦਾ, ਜਿਹਦਾ ਤਨ ਨਾਲ ਕੋਈ ਲੋਭ ਨਹੀਂ ਹੁੰਦਾ, ਕਹਿਣ ਲੱਗੇ ਉਹ ਸ਼ਹੀਦ ਹੁੰਦਾ। ਸ਼ਹੀਦ ਦੀ ਅਵਸਥਾ ਹੁੰਦੀ ਹੈ। ਕਹਿਣ ਲੱਗੇ ਤੁਹਾਡੇ ਦਾਦਾ ਸਤਿਗੁਰੂ ਬਾਰੇ ਕਿਹਾ ਜਾਂਦਾ ਹੈ, ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ, ਕਿ ਤੁਹਾਡੇ ਦਾਦੇ ਸਤਿਗੁਰੂ ਨੇ ਦਿੱਲੀ ਦੇ ਸਿਰ ਤੇ ਆਪਣੀ ਦੇਹ ਦਾ ਠੀਕਰਾ ਫੋਰਿਆ ਸੀ, ਤੇ ਦੇਹ ਦਾ ਠੀਕਰਾ ਉਹੀ ਫੋੜ ਸਕਦਾ ਹੈ ਇਤਿਹਾਸ ਦੇ ਰੌਂ ਨੂੰ ਬਦਲਣ ਦੇ ਲਈ। ਇਤਿਹਾਸ ਦੇ ਵਿੱਚ ਆਪਣੀ ਗੌਰਵਸ਼ਾਲੀ ਸ਼ਹਾਦਤ ਨਾਲ ਦੇ ਕੇ ਸਾਰੇ ਇਤਿਹਾਸ ਦਾ ਮੁੱਖ ਮੋੜਨ ਦੇ ਲਈ, ਜਿਹੜਾ ਤਨ ਦੇ ਨਾਲ ਕੋਈ ਲੋਭ ਨਾ ਹੋਵੇ, ਜਿਹਦੀ ਤਨ ਨਾਲ ਕੋਈ ਅਟੈਚਮੈਂਟ ਹੰਗਤਾ ਨਾ ਜੁੜੀ ਹੋਵੇ। ਕਿਉਂਕਿ ਜੇ ਤਨ ਦਾ ਦਰਦ, ਤਨ ਦੀ ਕੋਈ ਚੋਟ, ਤਨ ਦਾ ਕੋਈ ਜ਼ਖਮ ਸੁਰਤ ਤੇ ਪ੍ਰਭਾਵ ਪਾਏਗਾ ਨਾ, ਤੇ ਮਨ ਦੇ ਡੋਲਣ ਦੀ ਸੰਭਾਵਨਾ ਵੱਧ ਜਾਏਗੀ। ਇਸ ਕਰਕੇ ਪੁੱਤ ਸ਼ਹੀਦ ਉਹ ਹੁੰਦਾ ਜਿਹਨੇ ਆਪਣੇ ਤਨ ਨੂੰ ਜਿੱਤਿਆ ਹੁੰਦਾ। ਕਹਿਣ ਲੱਗੇ ਉਸ ਤੋਂ ਅਗਲੀ ਗੱਲ, ਸ਼ਹੀਦ ਉਹ ਹੁੰਦਾ ਜਿਹਦਾ ਮਨ ਸਭ ਤਰ੍ਹਾਂ ਦੇ ਬੰਧਨਾਂ ਤੋਂ ਰਹਿਤ ਹੁੰਦਾ ਹੈ। ਕੋਈ ਵਿਕਾਰਾਂ ਦੇ ਬੰਧਨ ਨਹੀਂ, ਕੋਈ ਉਹਨੂੰ ਕਰਮਾਂ ਦਾ ਬੰਧਨ ਨਹੀਂ, ਕਿਸੇ ਤਰ੍ਹਾਂ ਦੀ ਉਹਨੂੰ ਕਾਮਨਾ ਵੀ ਨਹੀਂ ਕਿ ਮੈਂ ਸ਼ਹੀਦੀ ਵਿੱਚ ਜਾ ਕੇ ਆਹ ਰੁਤਬੇ ਪਾ ਲਵਾਂਗਾ। ਜਿਵੇਂ ਇਸਲਾਮ ਦੇ ਵਿੱਚ ਆ ਨਾ ਕਿ ਜੇ ਤੁਸੀਂ ਜੂਝ ਕੇ ਸ਼ਹੀਦੀ ਪਾਓਗੇ ਤੇ ਤੁਹਾਨੂੰ ਅੱਗੇ ਜਿਹੜੀਆਂ ਹਨ ਬਹਿਸ਼ਤ ਦੇ ਵਿੱਚ 72 ਹੂਰਾਂ ਮਿਲਣਗੀਆਂ, 50 ਤਰ੍ਹਾਂ ਦੇ ਸੁੱਖ ਮਿਲਣਗੇ। ਕਹਿਣ ਲੱਗੇ ਉਹ ਜਿਹੜਾ ਜਿਹਨੇ ਆਪਣੇ ਮਨ ਨੂੰ ਸਾਰੀਆਂ ਕਾਮਨਾਵਾਂ, ਵਿਕਾਰਾਂ, ਬੰਧਨਾਂ ਤੋਂ ਨਿਜਾਤ ਕਰ ਲਿਆ ਹੋਵੇ, ਤੇ ਜਿਹਦਾ ਮਨ ਨਿਰੋਲ ਜੋਤ ਸਰੂਪ ਬਣ ਗਿਆ ਹੋਵੇ। ਕਹਿਣ ਲੱਗੇ ਉਸ ਤੋਂ ਬਾਅਦ ਸ਼ਹੀਦ ਦੀ ਅਵਸਥਾ ਹੁੰਦੀ ਹੈ ਜਿਹਦਾ ਚਿੱਤ ਸ਼ੁੱਧ ਹੋ ਗਿਆ ਹੋਵੇ। ਚਿੱਤ ਸ਼ੁੱਧ ਹੋਣ ਦਾ ਮਤਲਬ ਹੈ ਕਿ ਜਿਹਦੇ ਅੰਦਰ ਨਾ ਤਾਂ ਡਰ ਰਹਿ ਜਾਏ, ਭਾਵ ਕਿ ਨਿਰਭਉ ਹੋ ਜਾਏ, ਤੇ ਨਾ ਉਹਦੇ ਅੰਦਰ ਵੈਰ ਰਹਿ ਜਾਏ, ਨਿਰਵੈਰ ਹੋ ਜਾਏ, ਤੇ ਉਹਦੀ ਜਿਹੜੀ ਸੁਰ ਚਿੱਤ ਸ਼ੁੱਧ ਹੋ ਕੇ ਅਕਾਲ ਪੁਰਖ ਦੇ ਸਿਮਰਨ ਵਿੱਚ ਜੁੜਿਆ ਹੋਵੇ, ਜਿਹੜਾ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਪਰਵਾਹ ਨਾ ਮੰਨੇ। ਕਹਿਣ ਲੱਗੇ ਸ਼ਹੀਦ ਉਹ ਹੁੰਦਾ। ਕਹਿਣ ਲੱਗੇ ਫਿਰ ਸ਼ਹੀਦ ਉਹ ਹੁੰਦਾ ਜਿਹੜਾ ਆਪਣੇ ਜੀਵਨ ਦੇ ਵਿੱਚ ਬੰਦਗੀ ਦੇ ਨਾਲ, ਉੱਚੇ ਕਿਰਦਾਰ ਦੇ ਨਾਲ ਤੇ ਪਰਉਪਕਾਰ ਦੀ ਭਾਵਨਾ ਦੇ ਨਾਲ ਆਪਣੇ ਆਪ ਨੂੰ ਭਰ ਲੈਂਦਾ ਹੈ, ਤੇ ਫਿਰ ਉਹ ਸੱਚ ਦੇ ਕਿਸੇ ਕਦਮ ਤੇ ਖਲੋ ਜਾਂਦਾ, ਤੇ ਫਿਰ ਸੱਚ ਦੀ ਗਵਾਹੀ ਨਿਭਾਉਣ ਦੇ ਲਈ ਜਿੱਥੋਂ ਤੱਕ ਉਹਨੂੰ ਆਪਣਾ ਕੁਰਬਾਨ ਕਰਨਾ ਪਵੇ, ਭਾਵੇਂ ਦੇਹ ਦਾ ਇੱਕ ਇੱਕ ਤੂੰਬਾ ਆਪਣੇ ਹੱਥੀਂ ਜਲਾਉਣਾ ਪਵੇ, ਜਲਾਉਂਦਾ। ਇਸ ਕਰਕੇ ਸ਼ਹੀਦ ਉਹ ਜਿਹੜਾ ਜ਼ੁਲਮ ਤੋਂ ਨਾ ਡਰਦਾ ਹੋਇਆ, ਅਤਿਆਚਾਰ ਨੂੰ ਆਪਣੇ ਸੱਤਿਆਚਾਰ ਨਾਲ ਜਿੱਤਦਾ ਹੋਇਆ, ਜਿਹੜਾ ਇਹ ਜ਼ੁਲਮ ਨੂੰ ਖਤਮ ਕਰ ਦਿੰਦਾ ਤੇ ਮਰਨ ਤੋਂ ਬਾਅਦ ਵੀ ਜਿਉਂਦਾ ਰਹਿੰਦਾ, ਉਹ ਸ਼ਹੀਦ ਹੁੰਦਾ। ਕਹਿਣ ਲੱਗੇ ਸ਼ਹੀਦ, ਫਿਰ ਕਹਿਣ ਲੱਗੇ ਮਾਤਾ ਜੀ, ਕਹਿਣ ਲੱਗੇ ਇਸ ਕਰਕੇ ਸ਼ਹੀਦ ਹੁੰਦਾ, ਇਹ ਅਵਸਥਾ ਬਣਦੀ ਹੈ। ਕਹਿਣ ਲੱਗੇ ਮਾਤਾ ਗੁਜਰੀ ਜੀ, ਮਾਤਾ ਜੀ ਸਾਡੇ ਮਨ 'ਚ ਇੱਕ ਪ੍ਰਸ਼ਨ ਹੈ ਕਿ ਜਿਹੜੀ ਮਾਤਾ ਗੁਜਰੀ ਜੀ ਫਿਰ ਕਹਿਣ ਲੱਗੇ ਕਿ ਜਿਹੜਾ ਤੁਹਾਨੂੰ ਸਾਜਿਆ ਨਾ ਗੁਰੂ ਸਾਹਿਬ ਜੀ ਨੇ ਸਿੰਘ, ਤੁਹਾਨੂੰ ਪਤਾ ਨਾ, ਸਾਰਿਆਂ ਨੂੰ ਤੁਸੀਂ ਜਾਣਦੇ ਹੋ ਕਿ ਜਦੋਂ ਅਸੀਂ ਖੰਡੇ ਬਾਟੇ ਦੀ ਪਹੁ ਲੈਂਦੇ ਹਾਂ ਤੇ ਸਾਡੀ ਘਾੜਤ ਕਿੱਥੋਂ ਹੁੰਦੀ ਹੈ? ਕਹਿਣ ਲੱਗੇ ਜੀ ਸ਼ਹੀਦੀਆਂ ਦੇ ਪ੍ਰਣ ਵਿੱਚੋਂ। ਅਸੀਂ ਕਹਿੰਦੇ ਹਾਂ ਨਾ, ਛਤਰੀ ਸਾਹਿਬਜ਼ਾਦੇ ਕਹਿਣ ਲੱਗੇ ਮਾਤਾ ਜੀ ਸਾਨੂੰ ਪਤਾ ਹੈ ਕਿ ਜਦੋਂ ਖੰਡੇ ਦੀ ਪਹੁ ਲੈਂਦੇ ਹਾਂ ਉਦੋਂ ਅਸੀਂ ਸ਼ਹੀਦੀ ਦਾ ਪ੍ਰਣ ਲੈਂਦੇ ਹਾਂ ਕਿ ਅਸੀਸ ਜਿਹੜਾ ਸੱਚ ਦੇ ਅਰਪਣ ਕਰਾਂਗੇ, ਧਰਮ ਦੀ ਰੱਖਿਆ ਅਰਪਣ ਕਰਾਂਗੇ। ਇਸ ਕਰਕੇ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਸਿੱਖੀ ਦੇ ਵਿੱਚ ਜਿਹਦੀ ਜੀਵਨ ਬੰਦਗੀ ਨਾਲ ਸ਼ੁੱਧ ਹੋ ਗਿਆ ਹੈ, ਜਿਹਦੇ ਮਨ ਨੇ, ਸਰੀਰ ਨੇ ਸਭ ਬੰਧਨਾਂ ਤੋਂ ਨਿਜਾਤ ਪਾ ਲਈ ਹੈ, ਜਿਹੜਾ ਜਿਉਂਦੇ ਦੀ ਪਰਮੇਸ਼ਰ ਵਿੱਚ ਅਭੇਦ ਹੋ ਚੁੱਕਾ ਹੈ, ਪਰ ਉਹਨੇ ਆਪਣੇ ਜੀਵਨ ਦੇ ਵਿੱਚੋਂ ਕੋਈ ਵੱਡਾ ਕ੍ਰਿਸ਼ਮਾ ਪ੍ਰਗਟ ਕਰਨਾ ਹੈ, ਫਿਰ ਉਹ ਪਰਮੇਸ਼ਰ ਦੇ ਭਾਣੇ ਵਿੱਚ ਸ਼ਹਾਦਤ ਦਾ ਰਾਹ ਚੁਣਦਾ ਹੈ, ਆਪਣੀ ਦੇਹ ਦੇ ਠੀਕਰੇ ਨੂੰ ਆਪ ਭੰਨਦਾ ਤੇ ਸੱਚ ਦੀ ਗਵਾਹੀ ਦੇ ਕੇ ਦੁਨੀਆ 'ਚ ਜਾਂਦਾ ਕਿ ਸੱਚ ਕਦੇ ਮਰਦਾ ਨਹੀਂ। ਇਸ ਕਰਕੇ ਕਹਿਣ ਲੱਗੇ ਪੁੱਤਰ ਸਿੱਖੀ ਦੇ ਵਿੱਚ ਸਭ ਤੋਂ ਵੱਡਾ ਜੇ ਕੋਈ ਰੁਤਬਾ ਹੈ ਨਾ, ਉਹ ਸ਼ਹੀਦੀ ਦਾ ਹੈ। ਦੁਨੀਆ ਦੇ ਰੁਤਬੇ ਪੁੱਤ ਮਿਟ ਜਾਣਗੇ। ਆ ਜਿਹੜੇ ਸੂਬੇਦਾਰ ਤੁਹਾਨੂੰ ਅੱਜ ਫਤਵੇ ਸੁਣਾਉਂਦੇ ਫਿਰਦੇ ਨਾ, ਕਾਜੀ ਵਰਗੇ, ਇਹਨਾਂ ਵਰਗੇ ਕਰੋੜਾਂ ਮਰ ਖੱਪ ਜਾਣਗੇ, ਲੋਕਾਂ ਨੂੰ ਨਾਮ ਵੀ ਨਹੀਂ ਯਾਦ ਹੋਏਗਾ। ਅੱਜ ਸਾਨੂੰ ਇਤਿਹਾਸ ਦੱਸਣਾ ਪੈਂਦਾ ਹੈ ਕਿ ਸੂਬੇਦਾਰ ਕੌਣ ਸੀ, ਕਾਜੀ ਕੌਣ ਸੀ। ਉਂਝ ਆਮ ਲੋਕਾਂ ਨੂੰ ਪਤਾ ਜੀ ਕੌਣ ਸੀ, ਨਹੀਂ ਪਤਾ ਸੀ। ਕਹਿਣ ਲੱਗੇ ਪੁੱਤ ਦੁਨੀਆ ਦੇ ਰੁਤਬੇ ਮਿਟ ਜਾਂਦੇ ਨੇ, ਦੁਨੀਆ ਦੀਆਂ ਜਗੀਰਾਂ ਜਿਹੜੀਆਂ ਨੇ ਖਤਮ ਹੋ ਜਾਂਦੀਆਂ ਨੇ, ਰਾਖ ਹੋ ਜਾਂਦੀਆਂ ਨੇ।
ਦੁਨੀਆ ਦੀਆਂ ਵੱਡੀਆਂ ਵੱਡੀਆਂ ਰਾਜ ਸੱਤਾ ਦੇ ਸਿੰਘਾਸਣ ਮੁੱਧੇ ਹੋ ਜਾਂਦੇ ਨੇ, ਘੱਟੇ ਵਿੱਚ ਰੁਲ ਜਾਂਦੇ ਨੇ। ਪੁੱਤ ਜਿਹੜੀ ਸ਼ਹੀਦੀਆਂ ਦਾ ਰੁਤਬਾ ਪਾ ਕੇ ਅਰਸ਼ਾਂ ਦੀ ਸਰਦਾਰੀ ਲੈਂਦੇ ਆ ਨਾ, ਉਹ ਕਦੇ ਨਹੀਂ ਮਿਟਦੀ। ਕਹਿਣ ਲੱਗੇ ਨਿੱਕਿਆਂ ਹੁੰਦਿਆਂ ਤੁਹਾਨੂੰ ਇੱਕ ਇਬਾਰਤ ਸੁਣਾਈ ਸੀ ਕਿ ਪ੍ਰਹਿਲਾਦ ਭਗਤ ਅਡੋਲ ਰਿਹਾ। ਰੋਜ਼ ਪੜ੍ਹਦੇ ਜੇ ਨਾ ਸੋਧਰ ਚ ਪੁੱਤ, ਸੁਣਿਆ ਪ੍ਰਹਿਲਾਦ ਭਗਤ ਅਡੋਲ ਰਿਹਾ। ਤੇ ਕਹਿੰਦੇ ਕਿ ਉਹਦੀ ਫਿਰ ਪਰਮੇਸ਼ਰ ਨੇ ਆਪ ਰੱਖਿਆ ਕੀਤੀ ਤੇ ਹੰਕਾਰੀ ਜਿਹੜੇ ਸਨ ਜ਼ੁਲਮੀ ਹਰਨਾਕਸ਼ ਵਰਗੇ ਉਹਨੇ ਸੰਘਾਰ ਦਿੱਤੇ। ਪਰਮੇਸ਼ਰ ਉਹਨਾਂ ਨੂੰ ਆਪ ਸੰਘਾਰਨ ਆਇਆ। ਕਹਿਣ ਲੱਗੇ ਤੁਹਾਨੂੰ ਸੁਣਾਈ ਸੀ ਨਾ ਸਾਖੀ? ਕਹਿਣ ਲੱਗੇ ਹਾਂ। ਇਸ ਕਰਕੇ ਫਿਰ ਕਹਿਣ ਲੱਗੇ ਮਾਤਾ ਗੁਜਰੀ ਜੀ ਸ਼ਹੀਦੀ ਦੇ ਮੁਕਾਮ ਤੱਕ ਜਾਇਆ ਕਿਵੇਂ ਜਾਂਦਾ? ਮਾਤਾ ਜੀ ਕਹਿਣ ਲੱਗੇ ਸ਼ਹੀਦੀ ਦੇ ਮੁਕਾਮ ਤੇ ਤਾਂ ਜਾਇਆ ਜਾਂਦਾ ਜਦੋਂ ਆਪਣੇ ਅੰਦਰ ਪਰਮੇਸ਼ਰ ਦੇ ਉੱਪਰ ਅਟੱਲ ਭਰੋਸਾ ਹੋਵੇ, ਜਿਹਨੂੰ ਇਹ ਆ ਵੀ ਮੇਰੇ ਤਨ ਨੇ ਮਰਨਾ, ਮੈਂ ਨਹੀਂ ਮਰਨਾ। ਜਿਹਦੀ ਸੁਰਤ ਦੇ ਅੰਦਰ ਇਹ ਗੱਲ ਹੈ ਕਿ ਮੇਰਾ ਤਨ ਮਰੇਗਾ, ਤਨ ਦੇ ਭਾਵੇਂ ਹਜ਼ਾਰਾਂ ਹਿੱਸੇ ਕਰ ਦਿਓ। ਜਿਹਦੀ ਮਾਤਾ ਜੀ ਗੁਜਰੀ ਜੀ ਕਹਿਣ ਲੱਗੇ ਜਿਹਦੀ ਸੁਰਤ ਵਿੱਚ ਇਹ ਗੱਲ ਹੈ ਨਾ ਕਿ ਮੇਰੇ ਤਨ ਦੇ ਕੱਟਣ ਨਾਲ ਮੈਂ ਨਹੀਂ ਮਰਾਂਗਾ, ਤਨ ਮਰੇਗਾ ਮੈਂ ਨਹੀਂ ਮਰਾਂਗਾ, ਤੇ ਮੈਂ ਮਰਨ ਤੋਂ ਬਾਅਦ ਉਸ ਪਰਮ ਜੋ ਸੱਤਾ ਦੇ ਵਿੱਚ ਅਭੇਦ ਹੋ ਜਾਵਾਂਗੇ, ਜਿਹੜੇ ਪਰਮੇਸ਼ਰ ਨੂੰ ਅਜਰ ਅਮਰ ਅਬਿਨਾਸ਼ੀ ਨਿਰੰਜਨ ਸਰੂਪ ਕਿਹਾ ਜਾਂਦਾ। ਮੈਂ ਉਸ ਪਰਮੇਸ਼ਵਰੀ ਜੋਤ ਵਿੱਚ ਸਮਾ ਜਾਵਾਂਗਾ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਹਿਣ ਲੱਗੇ ਜਿਨ੍ਹਾਂ ਦੀ ਸੁਰਤ 'ਚ ਭਰੋਸਾ ਤੇ ਪਕਿਆਈ ਹੁੰਦੀ ਹੈ, ਉਹ ਸ਼ਹੀਦੀਆਂ ਦੇ ਮੁਕਾਮ ਨੂੰ ਗ੍ਰਹਿਣ ਕਰ ਜਾਂਦੇ ਆ। ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਨੂੰ ਇਹ ਇਬਾਰਤ ਪੜ੍ਹਾਈ, ਸ਼ਹੀਦ ਕਿਵੇਂ ਬਣਦਾ, ਸ਼ਹੀਦ ਦੀ ਅਵਸਥਾ ਕੀ ਹੁੰਦੀ ਹੈ। ਸ਼ਹੀਦ ਫਿਰ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਤੁਸੀਂ ਕਚਹਿਰੀ ਵਿੱਚੋਂ ਹੋ ਕੇ ਆਏ ਜੇ ਨਾ? ਕਹਿਣ ਲੱਗੇ ਹਾਂਜੀ। ਕਹਿਣ ਲੱਗੇ ਉਸ ਕਚਹਿਰੀ ਦੇ ਵਿੱਚ ਕੁਝ ਲੋਕ ਬੈਠੇ ਹੋਣਗੇ, ਬਾਕੀ ਖੜੇ ਹੋਣਗੇ? ਕਹਿਣ ਲੱਗੇ ਜੀ ਹਾਂਜੀ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੀ ਬਾਰਗਾਹ ਨਾ, ਸੱਚੇ ਅਕਾਲ ਪੁਰਖ ਦੀ, ਕਰਤਾ ਪੁਰਖ ਦੀ ਬਾਰਗਾਹ ਹੈ, ਜਿਹੜੇ ਸ਼ਹੀਦੀਆਂ ਦੇ ਜਾਮ ਪੀ ਕੇ ਉਹਦੀ ਬਾਰਗਾਹ ਵਿੱਚ ਜਾਂਦੇ ਨੇ, ਉਹ ਉੱਥੇ ਸਤਿਕਾਰੇ ਜਾਂਦੇ ਨੇ, ਉਹਨਾਂ ਨੂੰ ਵਿਸ਼ੇਸ਼ ਆਸਣ ਮਿਲਦੇ ਨੇ। ਰੇ ਰੇ ਦਰਗਹਿ ਕਹੈ ਨ ਕੋ, ਆਓ ਬੈਠ ਆਦਰ ਸੁਭ ਦੇਵ। ਕਹਿਣ ਲੱਗੇ ਉਹਨਾਂ ਦਾ ਉੱਥੇ ਵੀ ਮਾਣ ਹੁੰਦਾ, ਦਰਗਾਹ ਵਿੱਚ ਵੀ ਜਸ ਦੇ ਪਾਤਰ ਬਣਦੇ ਨੇ। ਕਹਿਣ ਲੱਗੇ ਤੁਹਾਡੇ ਪਿਤਾ ਨੇ ਵਾਕ ਲਿਖੇ ਹਨ ਕਿ ਹੈ ਸਭ ਜਗ ਭਇਓ, ਜੈ 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 ਸੁਰਲੋਕ। ਕਿ ਨੌਵੇਂ ਪਾਤਸ਼ਾਹ ਜਦੋਂ ਸ਼ਹੀਦੀ ਦਾ ਮਰਤਬਾ ਪਾ ਕੇ ਸੱਚਖੰਡ ਅਭੇਦ ਹੋਏ ਤੇ ਸਵਰਗ ਦੇ ਵਿੱਚ ਉਹਨਾਂ ਦੇ ਆਉਣ ਦੀ ਜੈ ਜੈਕਾਰ ਹੋਈ। ਕਹਿਣ ਲੱਗੇ ਉਹਨਾਂ ਨੂੰ ਉੱਥੇ ਵੀ ਮਾਣ ਮਿਲਿਆ। ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੀ ਇਬਾਰਤ ਪੜ੍ਹਾਈ ਮਾਤਾ ਗੁਜਰੀ ਜੀ ਨੇ। ਪੜ੍ਹਾਉਣੀ ਜ਼ਰੂਰੀ ਹੈ ਜੀ। ਪਤਾ ਉਹਨਾਂ ਨੂੰ ਕਿ ਅੱਜ ਫਤਵਾ, ਇਹ ਫਤਵਾ ਕਿੰਨੇ ਕੁ ਦਿਨ ਟਾਲੋਗੇ? ਜੇ ਟਾਲਣਾ ਵੀ ਹੋਵੇ ਤਾਂ ਕਿੰਨੇ ਕੁ ਦਿਨ? ਮੰਨ ਲਓ ਕਚਹਿਰੀ ਵਾਲੇ ਕਹਿਣ ਵੀ ਆਪਾਂ ਬਿਜ਼ੀ ਹਾਂ, 2 ਕੁ ਦਿਨ ਬਾਅਦ ਫਤਵੇ ਨੂੰ ਅੰਜਾਮ 'ਚ ਲਿਆਵਾਂਗੇ। ਆਉਣਾ ਤੇ ਹੈਗਾ ਨਾ ਅੰਜਾਮ ਦੇ ਵਿੱਚ। ਨਾਲੇ ਜਿਸ ਜ਼ੁਲਮੀ ਸੱਤਾ ਦੇ ਨਾਲ ਮੱਥਾ ਲਾਇਆ, ਉਹ ਤਾਂ ਹਰ ਵਕਤ ਕਾਲੀ ਪਈ ਹੈ, ਉਹ ਤਾਂ ਹਰ ਵਕਤ ਕਾਲੀ ਪਈ ਹੈ। ਮਾਤਾ ਗੁਜਰੀ ਨੇ ਸ਼ਹੀਦੀਆਂ ਦੀ ਇਬਾਰਤ ਪੜ੍ਹਾਈ, ਸਾਹਿਬਜ਼ਾਦਿਆਂ ਦੀ ਸੁਰਤ ਨੂੰ ਬਲਵਾਨ ਕੀਤਾ। ਭਾਈ ਵੀਰ ਸਿੰਘ ਨੇ ਕਿਹਾ ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਵਿੱਚ ਨਿਵਾਸ ਸਦਾ ਰੱਖਣਾ। ਜਿਹੜੀ ਸ਼ਹੀਦੀਆਂ ਦੇ ਮੁਕਾਮ ਤੇ ਕੱਲ ਜਾਣਾ, ਜੇ ਮਨ ਛੋਟਾ ਹੋਇਆ, ਸੁਰਤ ਛੋਟੀ ਹੋਈ ਨਾ, ਤੇ ਉੱਥੇ ਡੋਲਣ ਦੀ ਸੰਭਾਵਨਾ। ਪਰ ਜੇ ਸੁਰਤ ਬਲਵਾਨ ਰਹੀ ਤਾਂ ਫਿਰ ਜਿਹੜੀ ਸ਼ਹੀਦੀ ਹੈ, ਮੌਤ ਵੀ ਹੈ, ਉਹ ਵੀ ਉਹਨਾਂ ਦੇ ਸਾਹਮਣੇ ਤੁਛ ਸਾਬਤ ਹੋ ਜਾਏਗੀ। ਮਾਤਾ ਗੁਜਰੀ ਜੀ ਨੇ ਇਬਾਰਤ ਪੜ੍ਹਾਈ। ਫਿਰ ਮਾਤਾ ਗੁਜਰੀ ਜੀ ਨੇ, ਹੁਣ ਆਪਾਂ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ, ਪੰਚਮ ਪਾਤਸ਼ਾਹ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ। ਉਹਨਾਂ ਨੇ ਤੱਤੀ ਤਵੀ ਤੇ ਬੈਠ ਕੇ ਕੀ ਗਾਇਆ ਜੀ? ਤੇਰਾ ਕੀਆ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਨਕ ਵਾਂਗ। ਨੌਵੇਂ ਪਾਤਸ਼ਾਹ ਜੀ ਧਰਮ ਦੀ ਚਾਦਰ ਹੋਏ ਸਤਿਗੁਰੂ ਸਾਹਿਬ ਜੀ, ਕੀ ਉਹਨਾਂ ਦਾ ਅਕੀਦਾ, ਕੀ ਅਟੱਲ ਉਹਨਾਂ ਦੇ ਸਿਧਾਂਤ? ਸੀਸ ਦੀਆ ਪਰ ਸਿਰ ਨਾ ਦੀਆ। ਹੁਣ ਸਾਹਿਬਜ਼ਾਦਿਆਂ ਦੀ ਸਿਮਰਤੀ ਵਿੱਚ ਜਦੋਂ ਮਾਤਾ ਨੇ ਸ਼ਹੀਦੀਆਂ ਦੀ ਗਾਥਾ ਪੜ੍ਹਾ ਦਿੱਤੀ, ਉਹਨਾਂ ਦੇ ਚੇਤਿਆਂ ਵਿੱਚ ਪੰਚਮ ਪਾਤਸ਼ਾਹ ਆਉਣ ਲੱਗ ਪਏ। ਉਹਨਾਂ ਦੇ ਖਿਆਲਾਂ ਵਿੱਚ ਨੌਵੇਂ ਪਾਤਸ਼ਾਹ ਜੀ ਦਾ ਆਉਣ ਲੱਗ ਪਿਆ। ਭਾਈ ਸਤੀ ਦਾਸ, ਮਤੀ ਦਾਸ ਵਰਗਿਆਂ ਦਾ, ਭਾਈ ਦਿਆਲਾ ਜੀ ਵਰਗਿਆਂ ਦੇ ਚਿੱਤਰ ਘੁੰਮਣ ਲੱਗ ਪਏ ਉਹਨਾਂ ਦੀ ਅੱਖਾਂ ਦੇ ਸਾਹਮਣੇ। ਆਪਣੇ ਵੱਡੇ ਭਰਾਵਾਂ ਦੀ ਸ਼ਹੀਦੀ ਦੇ ਉਹਨਾਂ ਨੂੰ ਖਿਆਲ ਆਉਣ ਲੱਗ ਪਏ, ਸਾਡੇ ਵੱਡੇ ਭਰਾ ਸ਼ਹੀਦੀ ਪਾ ਗਏ ਨੇ, ਜਿਹੜੇ ਸਾਨੂੰ ਖਿਡਾਉਂਦੇ ਰਹੇ ਨੇ ਉਹ ਵੀ ਸ਼ਹੀਦੀਆਂ ਪਾ ਗਏ ਨੇ। ਫਿਰ ਮਾਤਾ ਗੁਜਰੀ ਜੀ ਨੇ ਫਿਰ ਜਦੋਂ ਦੇਖਿਆ ਕਿ ਦੋਵੇਂ ਲਾਲ ਆਪਸ ਵਿੱਚ ਕੋਈ ਗੱਲ ਕਰ ਰਹੇ, ਮਾਤਾ ਗੁਜਰੀ ਜੀ ਕਹਿਣ ਲੱਗੇ ਜਦੋਂ ਅਨੰਦਪੁਰ ਸਾਹਿਬ ਤੋਂ ਨਿਕਲੇ ਸਨ, ਫਤਿਹ ਸਿੰਘ ਤੇਰਾ ਇੱਕ ਸਵਾਲ ਸੀ ਵੀ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ, ਵੱਡੇ ਭਰਾਵਾਂ ਨੂੰ, ਨਾਲ ਦੇ ਪਿਆਰੇ ਸਿੰਘਾਂ ਨੂੰ ਕਦੋਂ ਮਿਲਾਂਗੇ?
ਕਹਿਣ ਲੱਗੇ ਤੁਹਾਨੂੰ ਕਚਹਿਰੀ 'ਚ ਇਹ ਤਾਂ ਪਤਾ ਲੱਗ ਗਿਆ ਕਿ ਤੁਹਾਡੇ ਵੱਡੇ ਭਰਾ ਸ਼ਹੀਦੀ ਪਾ ਗਏ। ਜਿਹੜੇ ਤੁਹਾਨੂੰ ਖਿਡਾਉਂਦੇ ਸਨ, ਜਿਨ੍ਹਾਂ ਦੇ ਮੋਢਿਆਂ ਤੇ ਬਹਿ ਕੇ ਤੁਸੀਂ ਅਨੰਦਪੁਰ ਸਾਹਿਬ ਨਗਰ ਦੇ ਵਿੱਚ ਆਨੰਦ ਮਾਣਦੇ ਸੀ, ਉਹ ਵੀ ਸ਼ਹੀਦ ਸਿੰਘ ਸ਼ਹੀਦੀਆਂ ਪਾ ਗਏ ਨੇ। ਤੇ ਹੁਣ ਉਹਨਾਂ ਨੇ ਤੇ ਆਪਣਾ ਸ਼ਹੀਦੀਆਂ ਦਾ ਮੁਕਾਮ ਜਾ ਕੇ ਮੱਲ ਲਿਆ ਹੈ। ਹੁਣ ਜੇ ਤੁਸੀਂ ਚਾਹੁੰਦੇ ਸੀ 6 ਪੋਹ 7 ਪੋਹ ਦੀ ਰਾਤ ਨੂੰ ਪੁੱਛਿਆ ਸੀ ਜਦੋਂ ਸ਼ਾਮ ਨੂੰ ਨਿਕਲੇ ਸੀ ਵੀ ਆਪਣੇ ਪਰਿਵਾਰ ਨੂੰ ਮਿਲਣਾ, ਆਪਣੇ ਵੱਡੇ ਵੀਰਾਂ ਨੂੰ ਮਿਲਣਾ, ਕਹਿਣ ਲੱਗੇ ਹੁਣ ਜੇ ਮਿਲਣਾ ਹੈ ਨਾ ਤਾਂ ਕਿਵੇਂ ਮਿਲੋਗੇ, ਦੱਸੋ ਹਾਂ ਜਰਾ ਕੁ। ਉਦਣ ਤੇ ਪੁੱਛਦੇ ਸੀ ਕਿ ਪਰਿਵਾਰ ਨੂੰ ਮਿਲਣਾ, ਪਰ ਹੁਣ ਜਿਨ੍ਹਾਂ ਨੂੰ ਮਿਲਣਾ ਉਹ ਤੇ ਸ਼ਹੀਦੀਆਂ ਦੇ ਜਾਮ ਪਾ ਕੇ ਸੱਚਖੰਡ ਪਹੁੰਚ ਗਏ ਨੇ। ਅਟਲ ਅਮਰ ਅਚਲ ਸਿੰਘਾਸਣ ਉਹਨਾਂ ਨੇ ਪਾ ਲਿਆ ਹੈ, ਹੁਣ ਕਿਵੇਂ ਮਿਲੋਗੇ। ਤੇ ਸਾਹਿਬਜ਼ਾਦਾ ਫਤਿਹ ਸਿੰਘ, ਛੋਟੇ ਬੱਚੇ ਥੋੜੇ ਤੇਜ਼ ਸੁਭਾਅ ਦੇ ਹੁੰਦੇ ਨੇ ਜੀ, ਕਹਿਣ ਲੱਗਾ ਮਾਤਾ ਜੀ ਜੇ ਉਹ ਸ਼ਹੀਦੀਆਂ ਪਾ ਕੇ ਉੱਥੇ ਪਹੁੰਚੇ ਨੇ ਤੇ ਆਪਾਂ ਨੂੰ ਮਿਲਣਾ ਤਾਂਘ ਬੜੀ ਹੈ, ਆਪਾਂ ਵੀ ਸ਼ਹੀਦੀਆਂ ਦਾ ਰੁਤਬਾ ਪਾਵਾਂਗੇ। ਮਾਤਾ ਗੁਜਰੀ ਜੀ ਨੇ ਉੱਤਰ ਸੁਣਿਆ, ਦਿਲ ਦੇ ਅੰਦਰ ਕਰੋੜ ਵਾਰੀ ਸ਼ੁਕਰ ਨਿਭਾਇਆ। ਕਿਉਂ ਨਿਭਾਇਆ, ਇਹਦਾ ਮਨਾਇਆ ਕਿਉਂ, ਇਹਦਾ ਜ਼ਿਕਰ ਕਰਦਾ। ਮਾਤਾ ਗੁਜਰੀ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖੀ ਸਿਦਕ ਦੀਆਂ ਬੜੀਆਂ ਜ਼ਿੰਮੇਵਾਰੀਆਂ ਨਿਭਾਈਆਂ। ਹੁਣ ਉਮਰ ਵੀ ਢਲ ਚੁੱਕੀ ਹੈ, ਜੀਵਨ ਦਾ ਜਿਹੜਾ ਹੈ ਔਦ ਸਮਾਪਤੀ ਦੇ ਨੇੜੇ ਲੱਗਦੀ ਹੈ। ਪਰ 10ਵੇਂ ਪਾਤਸ਼ਾਹ ਨੇ ਆਪਣੀ ਮਾਤਾ ਦੀ ਬੰਦਗੀ ਨੂੰ ਪ੍ਰਗਟਨ ਕਰਨ ਲਈ ਉਹਨਾਂ ਨੂੰ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਦੇ ਕੇ ਭੇਜਿਆ ਕਿ ਆਹ ਦੋਵੇਂ ਲਾਲ ਸਿਦਕ ਈਮਾਨ ਤੋਂ ਨਾ ਡੋਲਣ। ਇਸ ਕਰਕੇ ਮਾਤਾ ਗੁਜਰੀ ਜੀ ਨੇ ਜਦੋਂ ਸਾਹਿਬਜ਼ਾਦਿਆਂ ਕੋਲ ਸੁਣਿਆ ਕਿ ਅਸੀਂ ਸ਼ਹੀਦੀਆਂ ਪਾ ਕੇ ਆਪਣੇ ਭਰਾਵਾਂ ਨੂੰ ਜਾ ਮਿਲਾਂਗੇ, ਕਰੋੜਾਂ ਵਾਰੀ ਸ਼ੁਕਰ ਮਨਾਇਆ। ਮਾਤਾ ਗੁਜਰੀ ਜੀ ਦਾ ਠੰਡੇ ਬੁਰਜ ਦਾ ਕੋਈ ਵੀ ਪਲ ਹੋਵੇ, ਚਾਹੇ ਉਡੀਕ ਹੋਵੇ, ਚਾਹੇ ਸ਼ੁਕਰ ਹੋਵੇ, ਚਾਹੇ ਪ੍ਰਸ਼ਨ ਹੋਵੇ, ਚਾਹੇ ਨਿਤਨੇਮ ਹੋਵੇ, ਸਭ ਕਮਾਲ ਹੈ ਭਾਈ, ਸਭ ਕਮਾਲ ਹੈ। ਫਿਰ ਗੁਰੂ ਸਾਹਿਬ ਜੀ ਦੀ ਮਾਤਾ ਜੀ ਨੇ ਸ਼ਹੀਦਾਂ ਦਾ ਸਬਕ ਪੜ੍ਹਾ ਦਿੱਤਾ। ਸਾਹਿਬਜ਼ਾਦੇ ਕਹਿਣ ਲੱਗੇ ਸ਼ਹੀਦੀਆਂ ਪਾ ਕੇ ਅਸੀਂ ਉਹਨਾਂ ਦੇ ਨਾਲ ਜਾ ਮਿਲਾਂਗੇ, ਸ਼ਹੀਦ ਨੂੰ ਸ਼ਹੀਦ ਹੋ ਕੇ ਮਿਲਿਆ ਜਾ ਸਕਦਾ ਹੈ। ਹੁਣ ਮਾਤਾ ਗੁਜਰੀ ਜੀ ਕਹਿਣ ਲੱਗੇ ਕਿ ਲਾਲ ਜੀ ਨਿਤਨੇਮ ਦਾ ਸਮਾਂ ਸੋਧਰ ਕਰਕੇ ਕਹਿਣ ਲੱਗੇ ਆਪਾਂ ਬਾਣੀ ਦੇ ਆਧਾਰ ਨਾਲ ਜੁੜੀਏ, ਕਿਉਂਕਿ ਜਦੋਂ ਸਾਨੂੰ ਸਪਸ਼ਟ ਹੋ ਜਾਵੇ ਨਾ ਜੀਵਨ ਦੇ ਵਿੱਚ ਵੀ ਕਿ ਸਾਡਾ ਰੁਤਬਾ ਕੀ ਹੈ, ਮਰਤਬਾ ਕੀ ਹੈ, ਤਾਂ ਫਿਰ ਬਾਣੀ ਦੇ ਆਧਾਰ ਨਾਲ ਜੁੜਨਾ ਬੜਾ ਜ਼ਰੂਰੀ ਹੈ। ਅਸੀਂ ਸੁਣਦੇ ਆਏ ਨਾ ਪਹਿਲਾਂ ਸ਼ਹੀਦੀਆਂ ਦੀ ਇਬਾਰਤ, ਪੰਚਮ ਪਾਤਸ਼ਾਹ ਦੀ ਸ਼ਹੀਦੀ ਹੋਈ, ਮਹਾਰਾਜ ਨੇ ਰਾਵੀ ਕੰਢੇ ਇਸ਼ਨਾਨ ਕਰਨਾ ਸੀ, ਗੁਰੂ ਸਾਹਿਬ ਜੀ ਨੇ ਖੁਦ ਜਪਜੀ ਸਾਹਿਬ ਕੀਤਾ, ਅਸੀਂ ਸੁਣਿਆ ਨਾ ਜੀ। ਉਸ ਤੋਂ ਬਾਅਦ 9ਵੇਂ ਪਾਤਸ਼ਾਹ ਜੀ ਨੇ ਕਹਿੰਦੇ ਜਦੋਂ ਜਪਜੀ ਸਾਹਿਬ ਆਰੰਭ ਕੀਤਾ, ਜਦੋਂ ਸਮਾਪਤੀ ਹੋਈ, ਉਹਨਾਂ ਦੇ ਮੁਬਾਰਕ ਸੀਸ ਦੇ ਉੱਪਰ ਤਲਵਾਰ ਚਲਾਈ ਗਈ। ਭਾਈ ਮਤੀ ਦਾਸ ਵਰਗਿਆਂ ਨੇ ਕਿਹਾ ਮੈਨੂੰ ਜਪਜੀ ਸਾਹਿਬ ਆਰੰਭ ਕਰ ਲੈਣ ਦਿਓ। ਜਦੋਂ ਸਰੀਰ ਦਾ ਫਾੜ ਹੋ ਗਿਆ, ਉਹਦੇ ਵਿੱਚੋਂ ਵੀ ਸ਼ਲੋਕ ਦੀਆਂ ਅੰਤਮ ਪੰਕਤੀਆਂ ਦੀ ਆਵਾਜ਼ ਆਉਂਦੀ ਰਹੀ। ਮਾਤਾ ਗੁਜਰੀ ਜੀ ਵੀ ਕਹਿਣ ਲੱਗੇ ਕਿ ਲਾਲ ਜੀ ਸਾਨੂੰ ਆਪਣੀ ਸ਼ਹੀਦੀਆਂ ਦੇ ਮੁਕਾਮ ਸਪਸ਼ਟ ਨੇ, 10ਵੇਂ ਪਾਤਸ਼ਾਹ ਤੁਹਾਨੂੰ ਆਪਣੀ ਬਾਰਗਾਹ ਵਿੱਚ ਮਿਲਣ ਨਾਮ ਬਾਣੀ ਦੇ ਆਧਾਰ ਨਾਲ ਜੁੜਦੇ ਹਾਂ। ਆਪਣੀ ਸੁਰਤ ਨੂੰ ਹੋਰ ਬਲਵਾਨ ਕਰਦੇ ਹਾਂ, ਹੋਰ ਭਰੋਸੇ ਦੇ ਵਿੱਚ, ਕਿਉਂਕਿ ਮੁਕਾਮ ਤਾਂ ਸਾਨੂੰ ਸਪਸ਼ਟ ਹੈ ਕਿ 13 ਪੋਹ ਦੀ ਸਵੇਰ ਜਿਹੜੀ ਹੈ ਉਹ ਸਾਨੂੰ ਸ਼ਹੀਦੀਆਂ ਦੇ ਮੁਕਾਮ ਤੇ ਜਾ ਕੇ ਖਿਲਾਰੇਗੀ। ਹੁਣ ਕਚਹਿਰੀਆਂ ਵਿੱਚ ਖਲੋਣਾ ਨਹੀਂ ਰਹਿ ਗਿਆ, ਕਚਹਿਰੀ ਵਿੱਚੋਂ ਹੋ ਆਏ ਆ। ਮਾਤਾ ਗੁਜਰੀ ਨੇ ਸਾਹਿਬਜ਼ਾਦਿਆਂ ਦੇ ਸੁਰਤ ਅੰਦਰ, ਉਹਨਾਂ ਦੇ ਈਮਾਨ ਅੰਦਰ, ਉਹਨਾਂ ਦੀ ਮੈਮਰੀ ਦੇ ਅੰਦਰ ਨਾਮ ਬਾਣੀ ਦੇ ਆਸਰੇ ਨਾਲ ਇੱਕ ਗੱਲ ਭਰੀ। ਉਹ ਜਿਹੜਾ ਅਸੀਂ ਬਾਣੀ ਸ਼ਬਦ ਪੜ੍ਹਦੇ ਹਾਂ, ਜੇ ਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਕਹਿਣ ਲੱਗੇ ਪੁੱਤ ਜੇ ਸਿਮਰਨ ਤੁਹਾਡੀ ਸੁਰਤ ਚ ਰਿਹਾ ਨਾ, ਜਿੱਡਾ ਵੱਡਾ ਮਰਜ਼ੀ ਜ਼ੁਲਮ ਤੁਹਾਡੇ ਸਰੀਰ ਤੇ ਗੁਜ਼ਰਾ ਦੇਣ, ਤੁਸੀਂ ਡੋਲੋਗੇ ਨਹੀਂ, ਤੁਹਾਡੇ ਸਿਦਕ ਨੂੰ ਆਂਚ ਨਹੀਂ ਆਏਗੀ। ਇਸ ਕਰਕੇ ਯਾਦ ਰੱਖਿਓ, ਸ਼ਹੀਦੀਆਂ ਦੇ ਮੁਕਾਮ ਤੇ ਕੇਵਲ ਸਾਹਿਬ ਨੂੰ ਯਾਦ ਕਰਿਓ, ਨਾ ਮੈਨੂੰ ਯਾਦ ਕਰਿਓ, ਨਾ ਕਿਸੇ ਹੋਰ ਵੱਲ ਧਿਆਨ ਕਰਿਓ, ਕੇਵਲ ਉਸ ਕਰਤਾ ਪੁਰਖ ਵੱਲ ਜਿਹਨੇ ਤੁਹਾਡੇ ਅੰਦਰ ਆਪਣੀ ਆਤਮਾ ਦਾ ਜਲਾਓ ਪਾਇਆ ਹੈ, ਤੇ ਸੱਚ ਦੇ ਕਿਰਦਾਰ ਨਾਲ ਤੁਸੀਂ ਉਸ ਆਤਮਾ ਦੇ ਜਲਾਓ ਨੂੰ ਪੂਰਾ ਪ੍ਰਚੰਡ ਕਰ ਜਾਣਾ। ਇਸ ਕਰਕੇ ਤੁਹਾਡੀ ਸੁਰਤ 'ਚ ਸਿਮਰਨ ਰਹੇ। ਫਿਰ ਕਹਿਣ ਲੱਗੇ ਜਗਤ ਵਿੱਚ ਪੁੱਤ ਬੜੇ ਮਰਦੇ ਨੇ, ਮਰਤਾ ਜਗ ਮੂਆ ਮਰ ਪੀ ਨਾ ਜਾਣੈ, ਕੋਈ ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਬਾਣੀ ਦੇ ਵਿੱਚ ਵਾਗ ਦ੍ਰਿੜ ਕਰਾਏ ਮਾਤਾ ਗੁਜਰੀ ਜੀ ਨੇ, ਮਰਨੇ ਤੇ ਸਭ ਜਗਤ ਡਰੈ, ਜੀਵਿਆ ਲੋੜੈ ਸਭ ਕੋਏ, ਗੁਰ ਪ੍ਰਸਾਦੀ ਤਾਂ ਮਰੈ ਤਾਂ ਸਦ ਜੀਵਨ ਹੋਏ।
ਮਾਤਾ ਗੁਜਰੀ ਜੀ ਨੇ ਸਾਰੇ ਪ੍ਰਣ ਭਰਾਏ, ਸਾਹਿਬਜ਼ਾਦਿਆਂ ਦੀ ਸੁਰਤ ਨੂੰ ਬਲਵਾਨ ਕੀਤਾ। ਸਾਹਿਬਜ਼ਾਦਿਆਂ ਦੀ ਸੁਰਤ ਜਦ ਬਲਵਾਨ ਹੋਈ, ਰਾਤ ਗੁਜ਼ਰ ਗਈ, ਹੌਲੀ ਹੌਲੀ ਸਹਿਜ ਕਰਕੇ ਸੌਂ ਗਏ ਆਰਾਮ ਦੀ ਮੁਦਰਾ ਦੇ ਵਿੱਚ। ਇਹ ਹੁਣ 13 ਪੋਹ ਦਾ ਦਿਨ ਚੜ ਚੁੱਕਾ ਗਿਆ, 12 ਪੋਹ ਦੀ ਰਾਤ ਬਤੀਤ ਹੋ ਗਈ, 13 ਪੋਹ ਦਾ ਦਿਨ ਚੜ ਚੁੱਕਾ। ਮਾਤਾ ਗੁਜਰੀ ਸਾਰੀ ਰਾਤ ਬਾਣੀ ਦੇ ਆਧਾਰ ਨਾਲ ਜੁੜੇ ਰਹੇ। ਹੁਣ ਕਿਉਂ ਜੁੜੇ ਰਹੇ ਨੇ ਇਹ ਵੀ ਮੈਂ ਜ਼ਿਕਰ ਕਰਦਾ। ਭਾਈ ਜਿਨ੍ਹਾਂ ਦੀ ਜ਼ਿੰਦਗੀ 9ਵੇਂ ਪਾਤਸ਼ਾਹ ਦੇ ਨਾਲ ਗੁਜਰੀ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਵਾਧੂ ਵਾਕ ਨਹੀਂ ਸੀ ਕਹਿੰਦੇ ਹੁੰਦੇ, ਸਾਰਾ ਦਿਨ ਸੁਰਤ ਪਰਮੇਸ਼ਰ ਸਿਮਰਨ ਨਾਲ ਜੋੜੀ ਰੱਖਦੇ ਸਨ। ਉਹਨਾਂ ਦੀ ਧਰਮ ਪਤਨੀ ਹਨ, ਉਹਨਾਂ ਦੇ ਮਹਿਲ ਹਨ ਮਾਤਾ ਗੁਜਰੀ ਜੀ 9ਵੇਂ ਪਾਤਸ਼ਾਹ ਜੀ ਦੇ। ਸਾਹਿਬਜ਼ਾਦੇ ਆਰਾਮ ਕਰਨ ਦੇ ਲਈ ਸੌਂ ਗਏ ਤੇ ਮਾਤਾ ਗੁਜਰੀ ਜਦੋਂ ਦੇਖਿਆ ਨਾ ਵੀ ਹੁਣ ਇਹ 6ਵੀਂ ਤੇ ਆਖਰੀ ਰਾਤ ਗੁਜ਼ਰ ਗਈ ਹੈ, ਹੁਣ 13 ਪੋਹ ਚੜ ਗਿਆ। ਜਦੋਂ 13 ਪੋਹ ਦਾ ਦਿਨ ਚੜਿਆ ਤੇ ਮਾਤਾ ਗੁਜਰੀ ਜੀ ਦੇ ਖਿਆਲਾਂ ਦੀ ਕਲਪਨਾ ਕਰਦੇ ਆ। ਮਾਤਾ ਗੁਜਰੀ ਜੀ ਨੇ ਦੇਖਿਆ ਕਿ ਅੱਜ 13 ਪੋਹ ਚੜ ਗਿਆ, 12 ਪੋਹ ਬਤੀਤ ਹੋ ਗਿਆ। ਮਾਤਾ ਗੁਜਰੀ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਉਸ ਸਿਮਰਤੀ ਦਾ ਧਿਆਨ ਧਰਿਆ ਕਿ ਕਦੇ ਕਲਯੁਗ ਦੇ ਕੂੜ ਨੂੰ ਮੇਟਣ ਦੇ ਲਈ ਮਹਾਰਾਜ ਨੇ ਸੱਚ ਧਰਮ ਦੀ ਤੱਕੜੀ ਪੜੀ ਤੇ ਆਪਣੇ ਦੋਵਾਂ ਛਾਬਿਆਂ ਵਿੱਚ 13-13 ਤੋਲਿਆ। ਅੱਜ ਫਿਰ ਇੱਕ ਤੱਕੜੀ ਤਿਆਰ ਹੋਈ ਹੈ ਸੱਚ ਧਰਮ ਦੀ, ਤੇ ਉਹਦੇ ਵਿੱਚ ਇਹ ਦੋਵੇਂ ਜਿੰਦਾਂ ਰੱਖੀਆਂ ਜਾਣੀਆਂ ਹਨ ਤਾਂ ਕਿ 13-13 ਦੇ ਤੋਲ ਵਿੱਚ ਪੂਰੀਆਂ ਤੁਲ ਜਾਣ। ਇੱਕ ਛਾਬੇ ਦੇ ਵਿੱਚ ਵੱਡੇ ਸਾਹਿਬਜ਼ਾਦੇ ਤੁਲ ਗਏ ਹਨ, ਦੂਜੇ ਛਾਬੇ ਦੇ ਵਿੱਚ ਛੋਟੇ ਹਨ। ਆਪਣੇ ਸਿੱਧਕ ਸਿਰੜ ਈਮਾਨ ਦੇ ਪੱਕੇ ਰਹਿਣ, ਤੇ ਜਦੋਂ ਇਹ ਦੋਵੇਂ ਬਰਾਬਰ ਤੁਲ ਗਏ ਤੇ 13 ਦੀ ਖੇਡ ਪੂਰੀ ਹੋ ਜਾਏਗੀ। 13 ਦਾ ਧਿਆਨ ਆਉਂਦਿਆਂ ਗੁਰੂ ਨਾਨਕ ਦੇਵ ਸਾਹਿਬ ਜੀ ਬਾਰੇ ਇੰਝ ਹੀ ਸੁਣਿਆ ਜੀ ਆਪਾਂ, ਕਹਿਣ ਲੱਗੇ ਉਹ ਤੋਲਦੇ ਸਨ ਜਦੋਂ 13 ਆਉਂਦਾ ਸੀ ਤੇ ਰੱਬ ਨਾਲ ਜੁੜ ਜਾਂਦੇ ਸਨ। ਮਾਤਾ ਗੁਜਰੀ ਜੀ ਦੇ ਚੇਤਿਆਂ ਵਿੱਚ ਜਦੋਂ 13 ਪੋਹ ਆਇਆ ਕਿ ਅੱਜ 13 ਪੋਹ ਹੈ, ਮਾਤਾ ਗੁਜਰੀ ਜੀ ਨੇ ਆਰਾਧਨਾ ਸ਼ੁਰੂ ਕੀਤੀ ਕਿ ਮਾਲਕ 13 ਪੋਹ ਹੈ, ਇੱਥੋਂ ਤੱਕ ਮੇਰੀ ਜ਼ਿੰਮੇਵਾਰੀ ਬਣਦੀ ਸੀ, ਮੈਂ ਨਿਭਾ ਦਿੱਤੀ। ਹੁਣ ਸਿਰਫ ਇਹਨਾਂ ਦੇ ਸ਼ਹੀਦੀਆਂ ਦੇ ਮੁਕਾਮ ਦੇ ਵਿੱਚ ਥੋੜੀ ਜੀ ਵਾਟ ਹੈ, ਇਹ ਤੇਰੇ ਹਨ, ਤੇਰੇ ਹੋ ਕੇ ਨਿਭ ਜਾਣ, ਤੇਰੀ ਬਾਰਗਾਹ ਦੇ ਵਿੱਚ ਸਲਾਮਤ ਪਹੁੰਚ ਜਾਣ। ਇਹਨਾਂ ਦੇ ਸਿਦਕ ਭਰੋਸੇ ਜਜ਼ਬੇ ਕੁਰਬਾਨੀ ਨੂੰ ਕੋਈ ਆਂਚ ਨਾ ਆਵੇ, ਇਹਨਾਂ ਦੀ ਰੱਖਿਆ ਆਪ ਕਰੀ। ਹੁਣ ਮਾਤਾ ਗੁਜਰੀ ਜੀ ਨੇ ਇਹ ਜਿਹੜਾ ਹੈ 6 ਪੋਹ ਦੇ ਨਿਕਲੇ ਹਨ, 13 ਪੋਹ ਆ ਗਈ, ਇਹ 6 ਰਾਤਾਂ ਬਤੀਤ ਹੋ ਗਈ ਨੇ, 7ਵਾਂ ਦਿਨ ਚੜਿਆ ਹੈ। ਤੇ 7 ਦਾ ਮਤਲਬ ਕੀ ਹੁੰਦਾ? ਸਦੀਵ। 7 ਦਾ ਮਤਲਬ ਸੱਚ ਕਦੇ ਨਾ ਮਿਟਣ ਵਾਲਾ। ਮਾਤਾ ਗੁਜਰੀ ਜੀ ਨੇ ਦੇਖਿਆ ਸਾਹਿਬਜ਼ਾਦੇ ਸੁੱਤੇ ਪਏ ਹਨ, ਆਰਾਮ ਦੀ ਮੁਦਰਾ ਵਿੱਚ ਹਨ, ਭਾਵੇਂ ਉਹਨਾਂ ਦੀਆਂ ਬੰਦ ਹੋਈਆਂ ਅੱਖਾਂ ਨੂੰ ਦੇਖ ਰਹੇ ਹਨ, ਛਾਤੀ ਨਾਲ ਲੱਗੇ ਹੋਏ ਹਨ, ਪਰ ਬੜੀ ਗੌਰ ਨਾਲ ਉਹਨਾਂ ਦੇ ਮੁਖ ਦੇਖ ਰਹੇ ਹਨ, ਬੜੀ ਗੌਰ ਨਾਲ। ਕਿਉਂਕਿ ਬ੍ਰਹਮ ਗਿਆਨੀ ਸੁਰਤ ਨੂੰ ਪਤਾ ਹੁੰਦਾ ਕਿ ਇਹ ਜਿਹੜੀਆਂ ਅੱਖਾਂ ਅੱਜ ਨੀਂਦ ਵਿੱਚ ਬੰਦ ਨੇ, ਕੱਲ ਇਹਨਾਂ ਨੇ ਸ਼ਹੀਦੀ ਦੀ ਨੀਂਦ ਸੌਂ ਜਾਣਾ, ਕੱਲ ਇਹਨਾਂ ਅੱਖਾਂ ਨੇ ਸ਼ਹੀਦੀ ਦੀ ਨੀਂਦ ਸੌਂ ਜਾਣਾ ਹੈ। ਜਿਹੜੇ ਸਰੀਰ ਮੇਰੀ ਛਾਤੀ ਨਾਲ ਲੱਗ ਕੇ ਨਿੱਘ ਮਾਣ ਰਹੇ ਨੇ, ਕੱਲ ਇਹਨਾਂ ਨੇ ਸ਼ਹੀਦੀਆਂ ਦੀ ਪਾਕ ਰਤ ਵਿੱਚ ਇਸ਼ਨਾਨ ਕਰਕੇ ਉਸ ਅਮਰ ਪਦ ਵਿੱਚ ਸਮਾ ਜਾਣਾ ਹੈ, ਜਿੱਥੇ ਸਦਾ ਹੀ ਪਰਮ ਆਨੰਦ ਹੈ, ਜਿੱਥੇ ਸਦਾ ਹੀ ਆਨੰਦ ਹੈ। ਅੱਜ ਇਹਨਾਂ ਦੀਆਂ ਦੇਹਾਂ ਠੰਡੇ ਬੁਰਜਾਂ ਦੇ ਵਿੱਚ ਹਨ, ਸੀਤ ਕਹਿਰ ਜ਼ੋਰ ਮਾਰ ਰਹੀ ਹੈ। ਕੱਲ ਜਦੋਂ ਸ਼ਹੀਦੀਆਂ ਦੇ ਮੁਕਾਮ ਤੇ ਪੁੱਗ ਜਾਣਗੇ ਤੇ ਇਹਨਾਂ ਦੀਆਂ ਸ਼ਹੀਦੀਆਂ ਬਾਰਗਾਹਾਂ ਦੀ, ਸ਼ਹੀਦੀ ਸਥਾਨਾਂ ਦੀ ਕਦਮ ਚੁੰਮਣ ਦੇ ਲਈ ਕਰੋੜਾਂ ਲੱਖਾਂ ਦੇ ਇਕੱਠ ਹੋਇਆ ਕਰਨਗੇ। ਤੇ ਜਿਹਦੇ ਮੱਥੇ ਨੂੰ ਇੱਕ ਕਿਣਕਾ ਵੀ ਇਸ ਧਰਤੀ ਦਾ ਲੱਗ ਜਾਇਆ ਕਰੇਗਾ, ਉਹ ਪਾਪੀ ਵੀ ਆਪਣੇ ਆਪ ਨੂੰ ਪੁੰਨੀ ਸਮਝਿਆ ਕਰੇਗਾ। ਮਾਤਾ ਗੁਜਰੀ ਕਲਪਨਾ ਕਰ ਰਹੀ ਹੈ। ਠੰਡੇ ਬੁਰਜ ਦੇ ਵਿੱਚ ਬੈਠਿਆਂ 13 ਪੋਹ ਦਾ ਦਿਨ ਚੜਿਆ। ਜਿਹੜੇ ਲੋਕ ਰਾਤ ਸੌਂ ਗਏ ਸਨ ਗੱਲਾਂ ਕਰਦਿਆਂ ਹੋਇਆਂ ਕਿ 13 ਪੋਹ ਨੂੰ ਕੀ ਹੋਏਗਾ, ਦਿਨ ਚੜਿਆ, ਚਾਵਾਂ ਪੀਤੀਆਂ, ਹੱਥ ਮੂੰਹ ਸੇਕੇ ਲੋਕਾਂ ਨੇ, ਥੋੜ੍ਹਾ ਜਿਹਾ ਠੰਡ 'ਚੋਂ ਕੁੰਗੜਦੇ ਹੋਏ ਮੋਟੇ ਭਾਰੇ ਕੰਬਲ ਪਾ, ਕੱਪੜੇ ਪਾ ਕੇ ਕਚਹਿਰੀ ਵੱਲ ਨੂੰ ਤੁਰ ਪਏ ਹਨ ਕਿ ਅੱਜ 13 ਪੋਹ ਨੂੰ ਕੀ ਹੋਏਗਾ, ਕੀ ਪਤਾ ਡੋਲ ਗਏ ਹੋਣ। ਤਰ੍ਹਾਂ ਦੀਆਂ ਗੱਲਾਂ ਨੇ ਜੀ, ਲੋਕ ਗੱਲਾਂ ਕਰਦੇ ਹੁੰਦੇ ਨੇ। ਜਿਹੜਾ ਆਪ ਨਹੀਂ ਸਿਦਕ ਦੇ ਮਾਰਗ ਤੇ ਚੱਲਿਆ, ਉਹ ਸਿਦਕ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਬਣਾਵੇ, ਕੋਈ ਫਰਕ ਨਹੀਂ ਪੈਂਦਾ ਇਸ ਗੱਲ ਨਾਲ। ਕੁਝ ਲੋਕ ਲਾਂਤਾਂ ਪਾ ਰਹੇ ਨੇ ਸਰਹੰਦ ਨੂੰ ਵੀ ਇਹ ਸਾਡੀ ਸਭ ਤੋਂ ਬਦਨਸੀਬ ਨਗਰੀ ਜਿੱਥੇ ਆਹ ਕੁਝ ਵਾਪਰੇਗਾ। ਕੁਝ ਜਿਹੜੇ ਜ਼ੁਲਮੀ ਹਕੂਮਤ ਦੇ ਨਾਲ, ਜਿਵੇਂ ਸਰਕਾਰ ਦੇ ਨਾਲ ਚੱਲਣ ਵਾਲੇ ਹੁੰਦੇ ਨੇ, ਉਹ ਕਹਿੰਦੇ ਚੰਗਾ ਹੋਇਆ ਸਵੇਰੇ ਇਹਨਾਂ ਦੇ ਜੀਵਨ ਦਾ ਕੰਮ ਤਮਾਮ ਹੋਏਗਾ।
ਕੁਝ ਜਿਹੜੇ ਇਹਨਾਂ ਦੀਆਂ ਜੀਵਨਾਂ ਤੋਂ ਪ੍ਰਭਾਵਿਤ ਨੇ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੱਚ ਧਰਮ ਦੇ ਯੁੱਧ ਦੇ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਕਹਿੰਦੇ ਨੇ ਭਾਵੇਂ ਸਾਹਿਬਜ਼ਾਦੇ ਸ਼ਹੀਦ ਹੋ ਜਾਣ, ਪਰ ਜੇ ਇਹਨਾਂ ਦੀ ਰੱਤ ਇਸ ਧਰਤੀ ਤੇ ਡੁੱਲ ਗਈ ਨਾ ਤੇ ਸਰਹੰਦ ਉੱਜੜਦਿਆਂ ਦੇਰ ਨਹੀਂ ਲੱਗੇਗੀ। ਲੋਕਾਂ ਦੀਆਂ ਗੱਲਾਂ ਵੀ ਧਿਆਨ 'ਚ ਰੱਖਣੀਆਂ ਚਾਹੀਦੀਆਂ ਨੇ, ਲੋਕ ਕੀ ਗੱਲਾਂ ਕਰਦੇ ਨੇ ਉਸ ਸਮੇਂ ਦੇ ਵਿੱਚ। 13 ਪੋਹ ਦਾ ਦਿਨ ਚੜ੍ਹਿਆ, ਸਾਰੇ ਸਰਹੰਦ ਵਾਸੀਆਂ ਨੂੰ ਉਡੀਕ ਹੈ ਕਿ ਅੱਜ ਸਰਹੰਦ ਵਿੱਚ ਕੀ ਹੋਏਗਾ। ਫਤਵਾ ਤੇ ਭਾਵੇਂ ਸੁਣਾ ਦਿੱਤਾ ਗਿਆ ਹੈ, ਅੱਜ 13 ਪੋਹ ਦਾ ਦਿਨ ਹੈ ਜੀ, ਯਾਦ ਰੱਖੋ। ਸਾਰੀ ਕਚਹਿਰੀ ਦੇ ਵਿੱਚ ਬੜਾ ਲੋਕਾਂ ਦਾ, ਕਿਉਂਕਿ 2 ਪੇਸ਼ੀਆਂ ਹੋ ਚੁੱਕੀਆਂ ਸਨ। ਜਿੰਨੇ ਪਹਿਲੀ ਪੇਸ਼ੀ 'ਚ ਸੁਣੀ ਕਨਸੋ, ਉਹ ਦੂਜੀ ਪੇਸ਼ੀ 'ਚ ਆਇਆ, ਹੁਣ ਤੀਜੀ ਪੇਸ਼ੀ ਹੋਣੀ ਹੈ। ਜਦੋਂ ਪਤਾ ਲੱਗਾ ਕਿ ਛੋਟੇ ਛੋਟੇ ਸਾਹਿਬਜ਼ਾਦੇ ਨੇ ਵਜ਼ੀਰ ਖਾਂ ਦੇ ਮੂੰਹ 'ਚ ਘੁੰਗਣੀਆਂ ਪਵਾ ਦਿੱਤੀਆਂ, ਸੁੱਚਾਨੰਦ ਵਰਗਿਆਂ ਦਾ ਮਕਾਰੀ ਪੁਣਾ ਬਾਹਰ ਕੱਢ ਕੇ ਰੱਖ ਦਿੱਤਾ, ਹੁਣ ਉਹਨਾਂ ਲੋਕਾਂ ਦੀ ਤਾਂ ਗਿਣਤੀ ਵਧਣੀ ਹੈ ਜੀ। 13 ਪੋਹ ਦਾ ਦਿਨ ਮਾਤਾ ਗੁਜਰੀ ਜੀ ਨੇ ਠੰਡੇ ਬੁਰਜ ਦੇ ਵਿੱਚ 12 ਪੋਹ ਦੀ ਰਾਤ ਨੂੰ ਸਬਰ ਸਿਦਕ ਸਿਰੜ ਸਹਿਣਾ ਸਿਮਰਨ ਸ਼ਾਂਤ ਧੀਰਜ ਦੇ 7 ਗੁਣ ਪੜ੍ਹਾਏ, ਤੇ ਉਹਨਾਂ 7 ਦੇ ਵਿੱਚੋਂ ਬਲਵਾਨ ਗਦਕ ਸਤ ਹੋਣਾ, ਅਮਰ ਹੋਣਾ, ਸਦੀਵ ਹੋਣਾ। 13 ਪੋਹ ਦਾ ਦਿਨ ਚੜਿਆ। ਇੱਕ ਦਿਨ ਚੜਿਆ ਸੀ 8 ਪੋਹ ਦਾ। ਜਦੋਂ 8 ਪੋਹ ਦੇ ਸੂਰਜ ਦੀ ਕਿਰਨ ਧਰਤੀ ਤੇ ਪਈ ਸੀ ਤੇ ਮਹਾਰਾਜ ਜੀ ਨੇ ਆਪਣੇ 2 ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਤੋਰਿਆ ਸੀ। ਕਹਿੰਦੇ ਸਾਹਿਬਜ਼ਾਦਾ ਅਜੀਤ ਸਿੰਘ ਦਾ ਮਹਾਰਾਜ ਜੀ ਨੇ ਆਪ ਕਮਰ ਕੱਸਾ ਪਰਖਿਆ, ਆਪ ਉਹਦੇ ਕਮਰ ਕੱਸੇ ਵਿੱਚ ਕਟਾਰ ਤੇ ਖੰਜਰ ਪਾਇਆ ਸੀ ਮਹਾਰਾਜ ਜੀ ਨੇ। ਉਹਦੇ ਕਮਾਨ ਨੂੰ, ਉਹਦੇ ਤਰਕਸ਼ ਨੂੰ ਮਹਾਰਾਜ ਨੇ ਆਪ ਭਰਿਆ ਸੀ। ਉਹਦੇ ਨੇਜੇ ਨੂੰ ਮਹਾਰਾਜ ਜੀ ਨੇ ਆਪ ਪਰਖਿਆ ਤੇ ਫਿਰ ਆਪਣੇ ਵੱਡੇ ਲਾਲ ਨੂੰ ਤਿਆਰ ਕੀਤਾ, ਛੋਟੇ ਨੂੰ ਵੀ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ। ਇੱਕ 8 ਪੋਹ ਦੀ ਸਵੇਰ ਚੜੀ ਸੀ ਤੇ ਮਾਲਕ ਨੇ 2 ਲਾਲ ਆਪਣੇ ਹੱਥੀਂ ਤੋਰੇ ਤਿਆਰ ਕਰਕੇ। ਅੱਜ 13 ਪੋਹ ਦਾ ਦਿਨ ਚੜ੍ਹੇ, ਮਾਤਾ ਗੁਜਰੀ ਜੀ ਨੇ ਨਿਤਨੇਮ ਕੀਤਾ। ਮਾਤਾ ਗੁਜਰੀ ਜੀ ਜਦੋਂ ਆ ਗਏ, ਸਿਪਾਹੀ ਹਲਚਲ ਹੋ ਗਈ ਕਚਹਿਰੀ ਦੇ ਅੰਦਰ ਕਿ ਅੱਜ 13 ਪੋਹ ਦਿਨ ਚੜ੍ਹ ਗਿਆ, ਕੀ ਹੋਏਗਾ। ਸਿਪਾਹੀਆਂ ਦੀ ਭੱਜ ਦੌੜ ਕਿਲੇ ਵਿੱਚ ਮਹਿਸੂਸ ਹੋ ਰਹੀ, ਇੱਧਰ ਜਾ ਰਹੇ ਨੇ, ਉੱਧਰ ਜਾ ਰਹੇ ਨੇ, ਤਰ੍ਹਾਂ ਤਰ੍ਹਾਂ ਦੀ ਜਿਹੜੇ ਰੌਲਾ ਤਾਂ ਪੈ ਹੀ ਜਾਂਦਾ ਜੀ। ਉਸ ਸਮੇਂ ਦੇ ਵਿੱਚ ਜਦੋਂ ਸਿਪਾਹੀ ਠੰਡੇ ਬੁਰਜ ਵੱਲ ਚੜ੍ਹਨ ਲੱਗੇ, ਜਦੋਂ ਚੜ੍ਹੇ ਤੇ ਮਾਤਾ ਗੁਜਰੀ ਜੀ ਨੂੰ ਕਹਿਣ ਲੱਗੇ ਕਿ ਹੁਣ ਆਪਣੇ ਲਾਲਾਂ ਦਾ ਖਹਿੜਾ ਛੱਡੋ, ਇਹਨਾਂ ਨੂੰ ਸਾਡੇ ਨਾਲ ਤੋਰੋ। ਮਾਤਾ ਗੁਜਰੀ ਜੀ ਨੇ ਕਿਹਾ ਕਿ ਜੇ ਇਜਾਜ਼ਤ ਹੋਵੇ ਤੇ 4-5 ਮਿੰਟ 10 ਮਿੰਟ ਦੇ ਦਿਓ, ਮੈਂ ਇਹਨਾਂ ਨੂੰ ਤਿਆਰ ਕਰ ਲਵਾਂ। ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਮਾਤਾ ਗੁਜਰੀ ਜੀ ਦੇ ਬਾਰੇ, ਜਦੋਂ ਸਾਹਿਬਜ਼ਾਦਿਆਂ ਨੂੰ ਤੋਰ ਲੱਗੇ ਨੇ, आओ जाने से पहले तुम्हें जरा गले लगा तो लूं, केसों को कंगा कर लूं, दस्तार सजा तो लूं, नन्नों से सिरों पर कलगी सुजा तो लूं, मरने से पहले तुमको दुल्हा बना तो लूं। दुनिया दे विच लोकां दीयां बरातां चढ़दियां ने वाजे गाजे वालियां, ਉਹ ਸਵੇਰੇ ਚੜ੍ਹਦੀਆਂ ਨੇ, ਸ਼ਾਮਾਂ ਨੂੰ ਇੱਕ ਸੱਜ ਧੱਜ ਵਾਲੀ ਵਹੁਟੀ ਵਿਆਹ ਕੇ ਲੈ ਆਉਂਦੇ ਨੇ, ਸਾਰਾ ਪਰਿਵਾਰ ਖੁਸ਼। ਮਾਤਾ ਜੀਤ ਕੌਰ ਨੇ ਇੱਕ ਵਾਰੀ ਜਦੋਂ ਪੁੱਛਿਆ ਕਿ ਮਹਾਰਾਜ ਸਾਡੇ ਸਾਹਿਬਜ਼ਾਦਿਆਂ ਦੇ ਕਾਰਜ ਕਿਵੇਂ ਹੋਣਗੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਅੰਤਰ ਧਿਆਨ ਹੋਵੋ। ਅੰਤਰ ਧਿਆਨ ਹੋਏ ਦੇਖਿਆ ਕਿ ਉਹਨਾਂ ਦੇ ਜਿਹੜੇ ਲਾਲ ਹਨ, 4 ਸਾਹਿਬਜ਼ਾਦੇ ਸਨ। ਵੱਡੇ ਸਾਹਿਬਜ਼ਾਦੇ ਮਾਤਾ ਸੁੰਦਰੀ ਜੀ ਤੋਂ, 3 ਸਾਹਿਬਜ਼ਾਦੇ ਮਾਤਾ ਜੀਤੋ ਜੀ ਤੋਂ ਜਨਮੇ। ਜਦੋਂ ਆਪਣੇ ਲਾਲਾਂ ਦੀ ਕਰਨੀ ਦੇਖੀ ਵੀ ਇਹ ਤਾਂ ਸਾਰੇ ਹਨ ਸ਼ਹੀਦੀਆਂ ਦਾ ਜਾਮ ਪੀਣਗੇ, ਮਾਤਾ ਜੀਤੋ ਜੀ ਕਹਿਣ ਲੱਗੇ ਮਹਾਰਾਜ ਇਹ ਬੜਾ ਅਸਹਿ ਹੈ। ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਅਸੀਂ ਅਰਸ਼ਾਂ ਦੀ ਸਰਦਾਰੀ ਦਿੱਤੀ ਹੈ। ਦੁਨੀਆ ਦੀਆਂ ਸਰਦਾਰੀਆਂ ਦੇ ਝਗੜੇ ਰਹਿੰਦੇ ਨੇ, ਖਤਮ ਹੁੰਦੀਆਂ ਰਹਿੰਦੀਆਂ, ਬਦਲਦੀਆਂ ਰਹਿੰਦੀਆਂ ਨੇ, ਅਰਸ਼ਾਂ ਦੀ ਸਰਦਾਰੀ ਅਟੱਲ ਰਹਿੰਦੀ ਹੈ। ਮਾਤਾ ਗੁਜਰੀ ਜੀ ਨੇ ਕੇਸਾਂ ਨੂੰ ਕੰਗਾ ਕਰਕੇ ਚੰਗੀ ਤਰ੍ਹਾਂ ਦਸਤਾਰ ਚਿਣ ਕੇ ਬੱਧੀ। ਸਾਦੇ ਲਿਬਾਸ ਨੇ ਜੀ, ਸਾਦੇ ਲਿਬਾਸ। ਅੱਜ ਤਸਵੀਰਾਂ ਦੇਖਦੇ ਹਾਂ, ਥੋੜ੍ਹੀ ਜਿਹੀ ਪਰੇਸ਼ਾਨੀ ਹੁੰਦੀ ਹੈ ਜੀ। ਜਿਹੜੇ 6 ਪੋਹ ਦੇ ਨਿਕਲੇ ਹਨ, ਜਿਨ੍ਹਾਂ ਕੋਲ ਕੋਈ ਵਸਤਰ ਨਹੀਂ ਰਹਿ ਗਿਆ, ਸਾਰਾ ਦਲ ਪਲ ਲੁੱਟਿਆ ਗਿਆ। ਸੂਰਤਾਂ ਚੜ੍ਹਦੀ ਕਲਾ ਵਾਲੀਆਂ ਨੇ, ਮੱਥੇ ਚਮਕਦੇ ਨੇ ਉਹਨਾਂ ਦੇ ਅਕਾਲ ਪੁਰਖ ਦੇ ਭਰੋਸੇ ਨਾਲ। ਉਹਨਾਂ ਦੇ ਅੱਖਾਂ ਦੇ ਵਿੱਚੋਂ ਸ਼ਹੀਦੀਆਂ ਦੀ ਲੌ ਦਿਖਾਈ ਦਿੰਦੀ ਹੈ, ਪਰ ਲਿਬਾਸ ਉਹਨਾਂ ਦੇ ਸਾਦੇ ਨੇ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਤਿਨ ਨੇਹੋ ਲੱਗਾ ਰੱਬ ਸੇਤੀ, ਦੇਖਨੇ ਵਿਚਾਰੇ। ਕਲਪਨਾ ਧਿਆਨ 'ਚ ਰੱਖਣੀ ਚਾਹੀਦੀ। ਮਾਤਾ ਗੁਜਰੀ ਜੀ ਨੇ ਤਿਆਰ ਕੀਤੇ ਸਾਹਿਬਜ਼ਾਦੇ। ਮਾਤਾ ਗੁਜਰੀ ਜੀ ਨੇ ਜਦੋਂ ਤਿਆਰ ਕਰ ਦਿੱਤੇ ਤੇ ਦੇਖਿਆ ਵੀ ਇਹ ਹੁਣ ਤਿਆਰ ਨੇ, ਤੇ ਇਹ ਤਿਆਰ ਕਿਵੇਂ ਨੇ? ਸ਼ਹੀਦੀਆਂ ਲਈ ਤਿਆਰ ਹੋਏ ਨੇ। ਮਾਤਾ ਗੁਜਰੀ ਜੀ ਨੇ ਕਹਿੰਦੇ ਇਹਨਾਂ ਦੇ ਜਿਹੜਾ ਭਾਈ ਦੁੰਨਾ ਸਿੰਘ ਹੰਡੂਰੀਆ ਨੇ, ਸਾਡੇ ਇਤਿਹਾਸਕ ਗ੍ਰੰਥਾਂ ਨੇ ਲਿਖਿਆ
ਕਿ ਮਾਤਾ ਗੁਜਰੀ ਜੀ ਨੇ ਦੋਵਾਂ ਨੂੰ ਨਾਲ ਲਗਾ ਕੇ ਆਖਰੀ ਸਮੇਂ ਕਹਿੰਦੇ ਆਨੰਦ ਸਾਹਿਬ ਦਾ ਪਾਠ ਕੀਤਾ। ਮਾਤਾ ਗੁਜਰੀ ਜੀ ਸਿੱਖ ਹਰ ਸਮੇਂ ਆਨੰਦ ਸਾਹਿਬ ਨੂੰ ਨਾਲ ਰੱਖਦਾ ਹੈ ਜੀ। ਸਿੱਖਾਂ ਦੇ ਘਰੇ ਮੌਤ ਹੋ ਜਾਏ, ਨੌਜਵਾਨ ਪੁੱਤ ਦੀ ਆਨੰਦ ਸਾਹਿਬ ਪੜ੍ਹਿਆ ਜਾਂਦਾ ਜੀ। ਵਿਆਹ ਹੋਵੇ ਆਨੰਦ ਸਾਹਿਬ ਪੜ੍ਹਿਆ ਜਾਂਦਾ। ਕੋਈ ਵੀ ਗੱਲ ਹੋਵੇ ਸਿੱਖ ਆਨੰਦ ਸਾਹਿਬ ਨਹੀਂ ਛੱਡਦਾ। ਆਨੰਦ ਸਾਹਿਬ ਦਾ ਪਾਠ ਕੀਤਾ। ਮਾਤਾ ਗੁਜਰੀ ਜੀ ਨੇ ਮਸਤਕ ਚੁੰਬੇ, ਭਰ ਭਰ ਕੇ ਦੁਲਾਰ ਕੀਤਾ ਕਿ ਜ਼ਿੰਦਗੀ ਦੇ ਵਿੱਚ ਬਾਰ-ਬਾਰ ਪੰਥ ਦੇ ਵਾਲੀ ਦਾ ਧੰਨਵਾਦ ਕੀਤਾ ਕਿ ਦਸਵੇਂ ਪਾਤਸ਼ਾਹ ਅਕਾਲ ਪੁਰਖ, ਠੀਕ ਹੈ ਤੂੰ ਮੈਨੂੰ ਜਨਨੀ ਬਣਾ ਕੇ ਸੰਸਾਰ ਤੇ ਭੇਜਿਆ, ਪਰ ਜਨਨੀ ਤੋਂ ਵੀ ਵੱਡੀ ਕਰਾਮਾਤ ਮੈਨੂੰ ਦਿੱਤੀ। ਮੇਰੇ ਕੋਲੋਂ ਮੇਰਾ ਪਤੀ ਹੈ ਸ਼ਹੀਦ, ਮੇਰਾ ਪੁੱਤ ਹੈ ਧਰਮ ਯੁੱਧਾਂ ਦੇ ਚਾਓ ਵਾਲਾ, ਖਾਲਸੇ ਦੀ ਸਾਜਨਾ ਕਰਨ ਵਾਲਾ। ਮੇਰੇ ਕੋਲ ਮੇਰੇ ਸਭ ਤੋਂ ਛੋਟੇ ਪੋਤਰੇ ਨੇ, ਇਹ ਵੀ ਸ਼ਹੀਦੀਆਂ ਦੇ ਮੁਕਾਮ ਤੇ ਜਾਣਗੇ। ਕਰਤਾ ਪੁਰਖ ਤੇਰਾ ਧੰਨਵਾਦ, ਮੈਨੂੰ ਜਨਨੀ ਦੇ ਕੇ ਜਨਨੀ ਬਣਾ ਕੇ ਭੇਜਿਆ, ਪਰ ਮੈਨੂੰ ਏਡੀਆਂ ਵੱਡੀਆਂ ਰਹਿਮਤਾਂ ਬਖਸ਼ਿਸ਼ਾਂ ਦੇ ਨਾਲ ਨਵਾਜਿਆ ਕਿ ਮੈਂ ਤੇਰੀਆਂ ਰਹਿਮਤਾਂ ਦਾ, ਤੇਰੇ ਕੀਤੇ ਕਰਮਾਂ ਦਾ ਕਰੋੜਾਂ ਕਰੋੜਾਂ ਵਾਰ ਰੋਮ ਰੋਮ ਸ਼ੁਕਰਗੁਜ਼ਾਰ ਹਾਂ। ਇਹ ਜਨਨੀ ਵੇਖੋ ਬਾਣ ਇੱਕ ਵਾਕ ਸੁਣਦੇ ਨੇ ਤੁਲਸੀ ਦਾ, ਜਨਨੀ ਜਨੇ ਦਾ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝਰੇ ਕਾਹੇ ਗਵਾਵੇ ਨੂਰ। ਵੀ ਜੇ ਜੰਮਣਾ ਹੈ ਤੇ ਭਗਤ ਸੂਰਮੇ ਪਰਉਪਕਾਰੀ ਦਾਨੀ ਨੂੰ ਜਨਮ ਦੇ, ਨਹੀਂ ਤੇ ਕਿਉਂ ਆਪਣੀ ਜਵਾਨੀ ਖਰਾਬ ਕਰਨੀ। 5-7 ਸਾਲ ਰੂਪ ਹੋਰ ਵਧੀਆ ਲੰਘ ਜਾਏਗਾ ਜੇ ਬੱਚੇ ਨੂੰ ਜਨਮ ਨਾ ਦੇਂਗੀ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕਹਿੰਦੇ 10 ਸਾਲ ਵੈਸੇ ਹੀ ਉਮਰ ਘਟ ਜਾਂਦੀ ਇਸਤਰੀ ਦੀ। ਮਾਤਾ ਗੁਜਰੀ ਜੀ ਬੜੇ ਧੰਨਵਾਦ ਵਿੱਚ ਹਨ। ਬ੍ਰਹਮ ਗਿਆਨੀ ਤਾਂ ਸੁਰਤ ਧੰਨਵਾਦ ਵਿੱਚ ਹੀ ਹੁੰਦੀ ਹੈ ਜੀ। ਉਹ ਕਿਸੇ ਰੋਹ ਦੇ, ਕਿਸੇ ਤਰ੍ਹਾਂ ਦੇ ਰੰਜ ਵਿੱਚ, ਕਿਸੇ ਤਰ੍ਹਾਂ ਦੀ ਗਿਲਵੇ ਸ਼ਿਕਾਇਤ ਜਾਂ ਕਿਸੇ ਤਰ੍ਹਾਂ ਦੇ, ਜਿਵੇਂ ਆਪਾਂ ਅੱਜ ਕੱਲ੍ਹ ਸਾਹਿਬਜ਼ਾਦੇ ਦੇ ਗੀਤ ਸੁਣਦੇ ਆ ਨਾ, ਉਹ ਇੰਨੇ ਠੀਕ ਨਹੀਂ ਹੈਗੇ। ਉਹਦੇ ਵਿੱਚ ਸੁਰਤਾਂ ਨੀਵੀਆਂ ਆ ਜਾਂਦੀਆਂ ਨੇ। ਬ੍ਰਹਮ ਗਿਆਨੀ ਸੁਰਤ ਡੋਲ ਰਹਿੰਦੀ ਹੈ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਮੈਂ ਆਪਣਾ ਮੁਕਾਮ, ਕਬੀਰ ਸਾਹਿਬ ਜੀ ਕਹਿੰਦੇ ਨਾ, ਕਬੀਰ ਬਾਣੀ 'ਚ ਉਹਨਾਂ ਦਾ ਇੱਕ ਵਾਕ ਆਉਂਦਾ ਹੈ ਕਿ ਸੰਤ ਮੋਏ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ। ਵੀ ਸੰਤ ਜਦੋਂ ਧਰਤੀ ਤੇ ਮਰ ਰਿਹਾ ਹੈ, ਉਹਦਾ ਜੀਵਨ ਸਮਾਪਤ ਹੋ ਰਿਹਾ, ਨਾ ਰੋਵੋ ਉਹਨੂੰ, ਉਹ ਤਾਂ ਆਪਣੇ ਅਸਲ ਘਰ ਵਿੱਚ ਜਾ ਰਿਹਾ। ਰੋਵੋ ਸਾਗਤ ਵਾਪਰੇ ਜੋ ਹਟ ਹੈ ਹਾਟ ਵਿਕਾਏ। ਮਾਤਾ ਗੁਜਰੀ ਜੀ ਨੇ ਅਰਦਾਸ ਕਰਕੇ ਧੰਨਵਾਦ ਕਰਕੇ ਫਿਰ ਮਸਤਕ ਚੁੰਮੇ ਇਹਨਾਂ ਦੇ ਤੇ ਕਰਤਾ ਪੁਰਖ ਦਾ ਧੰਨਵਾਦ ਕੀਤਾ, ਇਹਨੂੰ ਠੰਡੇ ਬੁਰਜੋਂ ਤੋਰਿਆ। ਮਾਤਾ ਗੁਜਰੀ ਵੱਲ ਕਹਿੰਦੇ ਸਾਹਿਬਜ਼ਾਦੇ ਨੇ, ਇਤਿਹਾਸ ਨੇ ਲਿਖਿਆ, ਕੁਝ ਆਪਣੇ ਗੱਲੋਂ ਬਣਾਈਆਂ ਗੱਲਾਂ ਨਹੀਂ ਜੇ ਹੈਗੀਆਂ। ਹੁਣ ਕਹਿਣਗੇ ਜੀ ਇਹ ਕਿਹਨਾਂ ਨੇ ਦੇਖਿਆ? ਭਾਈ ਸਾਹਿਬ ਜਿਹੜੇ ਉੱਥੇ ਸਿਪਾਹੀ ਲੈਣ ਗਏ ਸਾਨੂੰ ਵੇਖ ਰਹੇ ਸਨ। ਬਾਅਦ 'ਚ ਉਹਨਾਂ ਨੇ ਦੱਸਿਆ ਹੋਏਗਾ ਵੀ ਇੰਝ ਇੰਝ ਸਾਹਿਬਜ਼ਾਦੇ ਆਏ, ਫਿਰ ਲੋਕਾਂ 'ਚੋਂ ਗੱਲਾਂ ਨਿਕਲੀਆਂ ਸਾਡੇ ਇਤਿਹਾਸ ਤੱਕ ਆਈਆਂ। 2 ਵਾਰੀ ਸਾਹਿਬਜ਼ਾਦੇ ਨੇ ਮੁੜ ਕੇ ਦੇਖਿਆ। ਮਾਤਾ ਗੁਜਰੀ ਜੀ ਨੇ ਕਿਹਾ ਕਿ ਧਿਆਨ ਅੱਗੇ ਕਰੋ, ਤੇ ਇੱਥੋਂ ਪਹਿਲਾਂ ਇੱਕ ਇਬਾਰਤ ਕਰਦਿਆਂ ਚੱਲਣ ਤੋਂ ਪਹਿਲਾਂ ਇੱਕ ਜਿਹੜਾ ਪ੍ਰਸ਼ਨ ਬੜਾ ਜ਼ਰੂਰੀ। ਦੀਵਾਰਾਂ ਦੇ ਵਿੱਚ ਚਿਣਨ ਦਾ ਹੁਕਮ ਹੋਇਆ ਸੀ ਤੇ ਮਾਤਾ ਗੁਜਰੀ ਜੀ ਨੂੰ ਸਾਹਿਬਜ਼ਾਦੇ ਨੇ ਪ੍ਰਸ਼ਨ ਕੀਤਾ ਸੀ, ਮਾਤਾ ਜੀ ਜਦੋਂ ਦੀਵਾਰਾਂ ਵਿੱਚ ਚਿਣਨਗੇ ਤੇ ਅਸੀਂ ਧਿਆਨ ਕਿਹੜੇ ਪਾਸੇ ਰੱਖੀਏ, ਕਿੱਧਰ ਆਪਣੀ ਸੁਰਤ ਰੱਖੀਏ? ਮਾਤਾ ਗੁਜਰੀ ਜੀ ਕਹਿਣ ਲੱਗੇ ਜਪਜੀ ਸਾਹਿਬ ਰੋਜ਼ ਪੜ੍ਹਦੇ ਹੋ, ਤੁਹਾਨੂੰ ਗੁਰੂ ਨਾਨਕ ਨੇ ਸਿਖਾਇਆ ਹੋਇਆ ਹੈ, ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ। ਕੂੜ ਦੀ ਕੰਧ ਕਿਵੇਂ ਟੁੱਟਦੀ ਹੈ, ਕਿਵੇਂ ਸਚਿਆਰੇ ਹੋਈਦਾ? ਸਾਹਿਬਜ਼ਾਦੇ ਉੱਤਰ ਦਿੰਦੇ ਆ ਕਹਿਣ ਲੱਗੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਨਾਲ ਤੁਹਾਡੀ ਜ਼ਿੰਦਗੀ ਵਿੱਚ ਸ਼ਹੀਦੀਆਂ ਦੇ ਹੁਕਮ ਲਿਖੇ ਨੇ, ਕਰਤਾ ਪੁਰਖ ਨੇ ਲਿਖੇ ਨੇ। ਤੁਸੀਂ ਉਹਦੀ ਰਜਾ ਵਿੱਚ ਰਾਜੀ ਰਹਿਣਾ, ਭਾਵੇਂ ਜ਼ੁਲਮ ਹੋਵੇ, ਜੋ ਮਰਜ਼ੀ ਹੋਵੇ, ਜੋ ਮਰਜ਼ੀ ਹੋਵੇ। ਕੂੜ ਦੀਆਂ ਕੰਧਾਂ ਨੂੰ ਢਾ ਦਿਓ, ਨਹੀਂ ਤੁਹਾਡੇ ਸਾਹਮਣੇ ਖਲੋ ਸਕਣਗੀਆਂ। ਕੂੜ ਦੇ ਵਹਿੰਦੇ ਹੋਏ ਹੜ ਦੇ ਵਹਿਣ ਤੁਹਾਡੇ ਸਿਦਕ ਨਾਲ ਟਕਰਾ ਕੇ ਸੁੱਕ ਜਾਣਗੇ। ਕੂੜ ਦੇ ਪਰਬਤ ਤੁਹਾਡੇ ਸਾਹਮਣੇ ਭੁਰ ਜਾਣਗੇ। 13 ਪੋਹ ਦੀ ਪੇਸ਼ੀ ਤਮਾਸ਼ਬੀਨ ਲੋਕ ਇਕੱਠੇ ਹੋਏ ਨੇ। ਕੜਕਦਾ ਹੋਇਆ ਸੂਬੇਦਾਰ ਵਜ਼ੀਰ ਖਾਂ ਕਹਿਣ ਲੱਗਾ ਕੀ ਵਿਚਾਰ ਕੀਤੀ ਜੇ? ਕਹਿਣ ਲੱਗੇ ਅਸੀਂ ਸ਼ਹੀਦੀਆਂ ਦੇ ਜਾਮ ਪੀਵਾਂਗੇ। ਕਹਿਣ ਲੱਗਾ ਆਪਣੀ ਜ਼ਿੰਦਗੀਆਂ ਤਰਸ ਕਦੋਂ? ਕਹਿੰਦੇ ਤਰਸ ਦੀ ਲੋੜ ਕੋਈ ਨਹੀਂ। ਕਹਿਣ ਲੱਗਾ ਮੈਂ ਬਖਸ਼ ਦਿਆਂਗਾ, ਬੜੇ ਵੱਡੇ ਰਾਜ ਭਾਗ ਦੇ ਦੇਵਾਂਗਾ, ਸੂਬੇਦਾਰੀਆਂ ਵਜ਼ੀਰੀਆਂ ਦੇ ਦੇਵਾਂਗਾ, ਨਾ ਕਿਸੇ ਗੱਲ ਤਲਖ ਵਿੱਚ ਆਓ। ਕਹਿਣ ਲੱਗੇ ਨਹੀਂ ਅਸੀਂ ਅਡੋਲ ਰਹਾਂਗੇ। ਜਿਹੜੇ ਲੋਕਾਂ ਨੂੰ ਕੁਝ ਸ਼ੱਕ ਸੀ ਵੀ ਇਹ ਡੋਲ ਜਾਣਗੇ। 13 ਪੋਹ ਦੀ ਸੰਖੇਪ ਜੀ ਪੇਸ਼ੀ ਦੇ ਵਿੱਚ ਸਾਹਿਬਜ਼ਾਦਿਆਂ ਨੇ ਕਿਹਾ ਨਹੀਂ ਅਸੀਂ ਨਹੀਂ ਡੋਲ। ਤੁਰੰਤ ਕਿਹਾ ਗਿਆ ਫਤਵੇ ਨੂੰ ਅਮਲ ਵਿੱਚ ਲਿਆਓ। ਇੱਟਾਂ ਰੋੜੀ ਬਜਰੀ ਅਗਲਿਆਂ ਨੇ ਪਹਿਲਾਂ ਹੀ ਸਟਾ ਲਈ ਹੁੰਦੀ ਹੈ ਜੀ। ਪਤਾ ਤਾਂ ਉਹਨਾਂ ਨੂੰ ਵੀ ਲੱਗ ਗਿਆ ਸੀ ਵੀ ਜਿਹੜੇ ਕਚਹਿਰੀ 'ਚ ਤਾਂ ਬੰਦਿਆਂ ਦੇ, ਹੁਣ ਮੈਂ ਜ਼ਿਕਰ ਕਰ ਦੇਵਾਂ, ਚਲੋ ਆਪਾਂ ਤਾਂ ਨਹੀਂ ਕਚਹਿਰੀਆਂ ਫੇਸ ਕੀਤੀਆਂ, ਕੋਰਟ ਨੂੰ ਨਹੀਂ ਫੇਸ ਕੀਤਾ,
ਪਰ ਮੈਂ ਜਿੰਨੇ ਕੁ ਸਾਡੇ ਵਾਕਬ ਨੇ ਕਾਨੂੰਨਦਾਨ ਉਹਨਾਂ ਕੋਲ ਸੁਣਿਆ ਹੋਇਆ ਕਿ ਜਦੋਂ ਸਜ਼ਾ ਦੀਆਂ ਗੱਲਾਂ ਪੜ੍ਹੀਆਂ ਜਾਂਦੀਆਂ ਨਾ ਕਚਹਿਰੀਆਂ ਦੇ ਵਿੱਚ, ਤੇ ਕਹਿੰਦੇ ਬੜਿਆਂ ਨੂੰ ਬੇਹੋਸ਼ੀ ਆ ਜਾਂਦੀ, ਦਿਲ ਦੇ ਦੌਰੇ ਪੈ ਜਾਂਦੇ ਨੇ, ਹੱਥ ਕੰਬਦੇ ਨੇ, ਉਹ ਕਟਹਿਰੇ ਵਿੱਚ ਡਿੱਗ ਪੈਂਦੇ ਨੇ। ਸੁਣਿਆ ਹੈ ਲੋਕਾਂ ਕੋਲੋਂ, ਔਰ ਇਹ ਗੱਲ ਸੱਚ ਹੈ। ਹੁਣ ਜਿਨ੍ਹਾਂ ਨੇ ਵੇਖਿਆ ਹੋਇਆ ਕਚਹਿਰੀ ਦੇ ਵਿੱਚ ਵੀ ਨਾ ਸਾਡਾ ਲਾਲਚ ਛੱਲ ਸਕਿਆ, ਨਾ ਭੈ ਛੱਲ ਸਕਿਆ, ਇਹਨਾਂ ਨੂੰ ਜਿਹੜੇ 2 ਦਿਨ ਟੱਲ ਰਹੇ ਨੇ, ਪਤਾ ਤਾਂ ਉਹਨਾਂ ਨੂੰ ਵੀ ਲੱਗ ਗਿਆ ਹੋਏਗਾ ਵੀ ਹੁਣ ਤੀਜੇ ਦਿਨ ਵੀ ਨਹੀਂ ਟੱਲਣਾ ਉਹਨਾਂ ਨੇ। ਸੁਣਿਆ ਮੈਂ ਬੜਿਆਂ ਦੇ ਬਾਰੋਂ ਕਿ ਜਦੋਂ ਸਜ਼ਾ ਦਾ ਹੁਕਮ ਸੁਣਾਉਂਦੇ, ਕਈ ਰੋਣ ਲੱਗ ਪੈਂਦੇ, ਕਈ ਉਹ ਕਟਹਿਰੇ ਦੀ ਜਿਹੜਾ ਉਹ ਬਣਿਆ ਹੁੰਦਾ ਲੱਕੜ ਦਾ ਸਾਂਚਾ, ਸਿਰ ਮਾਰਨ ਲੱਗ ਪੈਂਦੇ ਨੇ, ਕਈਆਂ ਦਾ BP ਡਾਊਨ ਹੋ ਜਾਂਦਾ, ਕਈਆਂ ਨੂੰ ਗਸ਼ ਪੈ ਜਾਂਦੀ ਉੱਥੇ ਸਜ਼ਾਵਾਂ ਦੇ ਹੁਕਮ ਸੁਣ ਕੇ। ਜਿਨ੍ਹਾਂ ਨੇ 2 ਦਿਨ 12 ਨੂੰ ਪੋਹ ਨੂੰ ਫਤਵਾ ਸੁਣਾਇਆ, ਉਹਨਾਂ ਨੂੰ ਪਤਾ ਵੀ ਨਹੀਂ ਡੋਲਣਗੇ। ਕਿਹਾ ਹੋ ਕਿ ਹੁਣ ਦੀਵਾਰਾਂ ਚਿਣਨ ਦਾ ਹੁਕਮ, ਦੀਵਾਰਾਂ ਚਿਣੀਆਂ ਜਾਣ। ਦੀਵਾਰਾਂ ਚਿਣਨ ਦੀ ਗੱਲ ਆਈ, ਸਾਹਿਬਜ਼ਾਦਿਆਂ ਨੂੰ ਜਦੋਂ ਸਾਰੀ ਦੀਵਾਰਾਂ ਦੀ ਚਿਣਾਈ ਦਾ ਕੰਮ ਸ਼ੁਰੂ ਹੋ ਗਿਆ, ਲਿਜਾਇਆ ਗਿਆ ਸਾਹਿਬਜ਼ਾਦਿਆਂ ਨੂੰ। ਉੱਧਰ ਮਾਤਾ ਗੁਜਰੀ ਅਰਦਾਸ ਵਿੱਚ ਜੁੜੇ ਹਨ, ਧੰਨਵਾਦ ਵਿੱਚ ਜੁੜੇ ਹਨ, ਕਰਤਾ ਪੁਰਖ ਦੀ ਯਾਦ ਵਿੱਚ ਜੁੜੇ ਹਨ। ਦੀਵਾਰਾਂ ਅੰਦਰ ਲਿਜਾਇਆ ਗਿਆ, ਦੀਵਾਰਾਂ ਅੰਦਰ ਖਿਲਾਰ ਕੇ ਦੋਵਾਂ ਭਰਾਵਾਂ ਨੂੰ ਨਾਲ ਕਰ ਦਿੱਤਾ ਗਿਆ। ਕਹਿਣ ਲੱਗੇ ਸਾਹਿਬਜ਼ਾਦਾ ਜੀ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਨਾ ਆਪਣੇ ਹੱਥਾਂ ਦੀ ਕਰਿੰਗੜੀ ਪਾ ਲਈ। ਕਰਿੰਗੜੀ ਪਾ ਲਈ ਤੇ ਉਹ ਫਤਿਹ ਸਿੰਘ ਕਹਿਣ ਲੱਗਾ ਕਿ ਵੀਰ ਕਰਿੰਗੜੀ ਕਿਉਂ ਪਾਈ ਹੱਥਾਂ ਦੀ? ਕਹਿਣ ਲੱਗਾ ਕਿ ਅਸੀਂ ਕਿਤੇ ਅੱਗੇ ਪਿੱਛੇ ਨਾ ਹੋ ਜਾਈਏ, ਇਕੱਠੇ ਜਾਈਏ ਤਾਂ ਕਰਕੇ। ਅੱਗੇ ਇਕੱਠੇ ਰਹੇ, ਹੁਣ ਵੀ ਇਕੱਠੇ ਜਾਣਾ। ਮੋਹ ਪਿਆਰ ਸਿਦਕ ਦੀਆਂ ਬਾਤਾਂ ਨਾ ਜੀ ਬੱਚਿਆਂ 'ਚ ਹੁੰਦਾ ਹੈ। ਛੋਟੇ ਭੈਣ ਭਰਾ ਇੱਕ ਦੂਜੇ ਨੂੰ ਬੜਾ ਲਾਡ ਕਰਦੇ ਨੇ ਨਿੱਕੇ ਹੁੰਦਿਆਂ। ਦੇਖੋ ਕਦੇ ਆਇਆ ਲਾਗੇ ਕਾਜੀ ਰੁਸਤਮਦੀਨ ਖਾਨ, ਕਹਿਣ ਲੱਗਾ ਕਿ ਅਜੇ ਵੀ ਮੌਕਾ, ਕਹਿੰਦਾ ਮੌਤ ਤੁਹਾਡੇ ਕਦਮਾਂ ਤੇ ਖੜੀ, ਮੌਕਾ ਦੇ ਅਜੇ ਵੀ ਦੀਨ ਅਮਾਨ ਤੋਂ ਮੰਨ ਜਾਓ, ਦੀਨੇ ਇਸਲਾਮ ਨੂੰ ਬਖਸ਼ੀ ਜਾਊਗੀ ਜਾਨ। ਸਾਹਿਬਜ਼ਾਦੇ ਕਹਿਣ ਲੱਗੇ ਬਾਰ-ਬਾਰ ਪਛੇਮਾਨ ਨਾ ਕਰ, ਅਸੀਂ ਜਪਜੀ ਆਰੰਭ ਕਰਨਾ ਹੈ। ਸਾਡੀ ਮਾਂ ਨੇ ਭੇਜਿਆ ਕਹਿ ਕੇ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਸਾਡੇ ਦਾਦੇ ਨੇ ਚਾਂਦਨੀ ਚੌਂਕ ਵਿੱਚ ਜਪਜੀ ਕੀਤਾ, ਸਾਡੇ ਦਾਦੇ ਬਾਬੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਾਵੀ ਦੇ ਕੰਢੇ ਜਪਜੀ ਸਾਹਿਬ ਕੀਤਾ। ਬਾਰ-ਬਾਰ ਸਾਡਾ ਸਿਰ ਨਾ ਖਾ ਕੇ ਅਸੀਂ ਜਪਜੀ ਕਰਨਾ, ਸਾਡੇ ਬਾਣੀ ਪੜ੍ਹਨ 'ਚ ਵਿਘਨ ਨਾ ਪਾ। ਸੁਰਤ ਇੰਝ ਹੀ ਰਹਿੰਦੀ ਹੈ ਜੀ। ਫਿਰ ਕਹਿਣ ਲੱਗਾ ਕਿ ਨਹੀਂ, ਸਾਹਿਬਜ਼ਾਦਿਆਂ ਨੇ ਆਪਣਾ ਪਾਠ ਸ਼ੁਰੂ ਕਰ ਲਿਆ। ਕਹਿਣ ਲੱਗੇ ਜਦੋਂ ਚਿਣਨ ਦੀ ਵਾਰੀ ਆਈ, ਜਦੋਂ ਬਿਲਕੁਲ ਨਾਲ ਦੀਵਾਰ ਚਿਣ ਰਹੇ ਨੇ, ਗੋਡਿਆਂ ਦੇ ਅੜਨ ਦੀ ਆਈ, ਤਾਂ ਕਹਿੰਦੇ ਉਹ ਮਿਸਤਰੀ ਇੱਟ ਝਾੜਨ ਲੱਗਾ ਤੇ ਸੜੇ ਹੋਏ ਕੜਸੁੱਕ ਬੁੱਢੇ ਕਾਜੀ ਨੇ ਕਿਹਾ, ਕਹਿਣ ਲੱਗਾ ਮੁਗਲਿਆ ਸਲਤਨਤ ਦੀ ਇੱਟ ਨੂੰ ਨਹੀਂ ਤੋੜਨਾ, ਜਿਹੜੀ ਕਹਿੰਦਾ ਇਹਨਾਂ ਦੀ ਗੋਡੇ ਦੀ ਚੱਪਣੀ ਅੜਦੀ, ਇਹਨੂੰ ਭਾਵੇਂ ਝਾੜ ਦਿਓ। ਜ਼ੋਰ ਦੀ ਮਾਰੀ ਤੇਸੀ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਦੇ ਗੋਡਿਆਂ ਦੇ ਉੱਪਰ ਜ਼ਖਮਾਂ ਦੀ ਆਂਚ ਆ ਗਈ ਸਰੀਰ ਨੂੰ। ਸਾਹਿਬਜ਼ਾਦਿਆਂ ਨੇ ਆਪਣੀ ਸੁਰਤ ਅਡੋਲ ਰੱਖੀ। ਚਿਣਦੇ ਗਏ ਜਦੋਂ ਸੀਸ ਤੱਕ ਆਈ ਸਾਹਿਬਜ਼ਾਦਿਆਂ ਦੇ, ਫਿਰ ਬਾਰ-ਬਾਰ ਧਮਕਦੇ ਨੇ, ਪਰ ਸਾਹਿਬਜ਼ਾਦੇ ਅਡੋਲ ਰਹੇ। ਸ਼ਹੀਦਾਂ ਨੇ ਜੋ ਸਬਕ ਪੜ੍ਹੇ ਨੇ ਆਪਣੀ ਮਾਂ ਕੋਲੋਂ, ਸਬਕ ਪੜ੍ਹਨਾ ਤੇ ਸਬਕ ਨੂੰ ਅਮਲ ਵਿੱਚ ਲਿਆਉਣਾ ਬੜੀ ਵੱਡੀ ਗੱਲ ਹੁੰਦੀ ਹੈ ਜੀ। ਦੀਵਾਰਾਂ ਸਿਰ ਤੱਕ ਆ ਗਈਆਂ, ਬਾਰ-ਬਾਰ ਪੁੱਛਦੇ ਨੇ, ਪਰ ਸਾਹਿਬਜ਼ਾਦੇ ਅਡੋਲ ਰਹੇ ਹਨ। ਨਾਮ ਬਾਣੀ ਨਾਲ ਜੁੜੀ ਹੋਈ ਸੁਰਤ ਹੈ ਉਹਨਾਂ ਦੀ। ਉਹਨਾਂ ਇਸ਼ਾਰੇ ਮਾਤਰ 'ਚ ਕਹਿ ਦਿੱਤਾ, ਤੁਸੀਂ ਆਪਣਾ ਕੰਮ ਕਰੋ, ਸਾਦੇ ਤੋਂ ਇਹ ਗੱਲ ਨਾ ਕਰੋ, ਇਹ ਉਮੀਦ ਕਿਸੇ ਹੋਰ ਤੋਂ ਕਰੋ। ਆਖਰ ਉਹਨਾਂ ਦੇ ਸਰੀਰਾਂ ਨੂੰ ਦੀਵਾਰਾਂ ਵਿੱਚ ਬੰਦ ਕਰ ਦਿੱਤਾ ਗਿਆ, ਉੱਪਰੋਂ ਚੰਗੀ ਤਰ੍ਹਾਂ ਕਰਕੇ। ਦੀਵਾਰਾਂ ਦੇ ਵਿੱਚ ਸਾਡੇ ਇਤਿਹਾਸ ਨੇ ਲਿਖਿਆ ਕਿ 9 ਮਿੰਟ ਤੱਕ ਸਾਹਿਬਜ਼ਾਦੇ ਦੀਵਾਰਾਂ ਦੇ ਵਿੱਚ ਕੈਦ ਰਹੇ। ਹਵਾ ਬਿਲਕੁਲ ਜਾਣੋਂ ਬੰਦ ਹੋ ਗਈ, ਅੰਦਰੋਂ ਪ੍ਰਾਣ ਰੁਕ ਗਏ। ਤੇ 12 ਕੁ ਮਿੰਟ ਬਾਅਦ ਕਹਿੰਦੇ ਜਿਹੜੀ ਹੈ ਦੀਵਾਰ ਧੜਮ ਕਰਕੇ, ਕਿਉਂਕਿ ਦੇਹਾਂ ਅੰਦਰੋਂ ਨਿਢਾਲ ਹੋ ਗਈਆਂ ਦਮ ਘੁੱਟਣ ਕਰਕੇ, ਡਿੱਗ ਪਏ ਜ਼ਮੀਨ ਦੇ ਉੱਪਰ ਤੇ ਉਹ ਕੰਧਾਂ ਆਦਿਕ ਢਹਿ ਗਈਆਂ। ਤੇ ਜਦੋਂ ਦੇਖਿਆ ਸ਼ਾਸ਼ਲ ਬਾਸ਼ਲ ਬੇਗ ਵਰਗਿਆਂ ਨੇ, ਕਹਿਣ ਲੱਗਾ ਨੇੜੇ ਹੋਵੋ। ਛਾਤੀਆਂ ਤੇ ਹੱਥ ਰੱਖਿਆ, ਨੱਕ ਨੇੜੇ ਹੱਥ ਕਰਿਆ, ਲਿਖਿਆ ਦੋਵੇਂ ਅਜੇ ਸਹਿਕਦੇ ਪਏ ਨੇ। ਸੂਬੇਦਾਰ ਵਜ਼ੀਰ ਖਾਂ ਤਹਿਸ਼ 'ਚ ਆਇਆ, ਕੜਕਦਾ ਹੋਇਆ, ਕਹਿਣ ਲੱਗਾ ਹੱਥਾਂ ਦੀਆਂ ਤਲੀਆਂ ਮਲ ਕੇ, ਛਾਤੀਆਂ ਮਲ ਕੇ ਹੋਸ਼ 'ਚ ਲਿਆਓ ਇਹਨਾਂ ਨੂੰ। ਹੋਸ਼ 'ਚ ਲਿਆਂਦਾ। ਫਿਰ ਕਹਿਣ ਲੱਗਾ ਅਜੇ ਵੀ ਦੀਨੇ ਇਸਲਾਮ ਕਬੂਲ ਕਰ ਲਓ। ਸਾਹਿਬਜ਼ਾਦਿਆਂ ਦੇ ਜਿਹੜਾ ਪਾਠ ਰੁਕ ਰਿਹਾ ਸੀ,
ਦੁਬਾਰਾ ਹੋਸ਼ ਆਈ, ਫਿਰ ਉੱਥੋਂ ਪੰਗਤੀ ਸੰਭਾਲ ਲਈ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਨਾਮ ਵਿੱਚ ਸਿਰ ਹਿਲਾ ਦਿੱਤੇ ਤੇ ਤੈਸ਼ ਵਿੱਚ ਆਏ, ਸੜੇ ਹੋਏ ਜ਼ੁਲਮ ਦੇ ਜ਼ਾਲਮੀ ਅਤਿਆਚਾਰ ਸੂਬੇਦਾਰ ਵਜੀਦ ਖਾਨ ਨੇ ਕਿਹਾ, ਇਹਨਾਂ ਦੇ ਗਲੇ ਰੇਂਦ ਦਿਓ। ਕਹਿਣ ਲੱਗੇ ਜਿਹੜੇ ਹੁਣ ਵੀ ਨਹੀਂ ਮੰਨ ਰਹੇ, ਗਲੇ ਰੇਂਦ ਦਿਓ ਇਹਨਾਂ ਦੇ। ਸ਼ਾਸ਼ਲ ਬਾਸ਼ਲ ਬੇਗ ਨੇ ਆਪਣੇ ਖੰਜਰ ਕੱਢੇ, ਸਾਹਿਬਜ਼ਾਦਿਆਂ ਦੀਆਂ ਦੇਹਾਂ ਦੇ ਗਰਦਨਾਂ, ਪਵਿੱਤਰ ਗਰਦਨਾਂ, ਮਾਸੂਮ ਗਰਦਨਾਂ, 7-9 ਸਾਲ ਦੀ ਉਮਰ, ਬੜਾ ਕੋਮਲ ਸਰੀਰ ਹੁੰਦਾ ਇਹਦੀ, ਗਰਦਨਾਂ ਦੇ ਉੱਪਰ ਖੰਜਰ ਰੇਂਦ ਦਿੱਤੇ ਗਏ। ਤੇ ਸ਼ਹੀਦੀ ਰਤ ਦੀਆਂ ਬੂੰਦਾਂ ਨੇ ਸਰਹੰਦ ਦੀ ਧਰਤੀ ਤੇ ਡਿੱਗ ਕੇ ਉਸ ਧਰਤੀ ਨੂੰ ਪਵਿੱਤਰ ਬਣਾ ਦਿੱਤਾ। ਕਵੀ ਕਹਿੰਦਾ, ਖੁਦਾ ਤੁਮ ਕੋ ਨਹੀਂ ਕਹਤੇ ਮਗਰ ਸ਼ਾਨੇ ਖੁਦਾ ਤੁਮ ਹੋ। ਸਾਹਿਬਜ਼ਾਦਿਆਂ ਦੀ ਸ਼ਹੀਦੀ ਰਤ ਸਰਹੰਦ ਦੀ ਧਰਤੀ ਤੇ ਅੱਜ ਦੇ ਦਿਨ ਡੁੱਲੀ। ਤੇ ਕਿਸੇ ਕਵੀ ਨੇ ਲਿਖਿਆ, ਆਪਾਂ ਤੇ ਕਹਿੰਦੇ ਨਾ ਗਲੇ ਰੇਂਦ ਦਿੱਤੇ, ਇਹ ਕਵੀ ਨੇ ਬੜਾ ਚੰਗਾ ਲਿਖਿਆ। ਕਹਿਣ ਲੱਗਾ, ਗੁਲਾਬ ਦੀਆਂ ਪੱਤੀਆਂ ਹੱਥ 'ਚ ਫੜ ਲਈਏ ਨਾ, ਤੇ ਗੁਲਾਬ ਦੀਆਂ ਪੱਤੀਆਂ ਨੂੰ ਘੁੱਟ ਕੇ ਮਸਲ ਵੀ ਦਈਏ ਨਾ, ਤੇ ਤਾਂ ਵੀ ਉਹ ਹੱਥਾਂ ਨੂੰ ਜਿਹੜੀਆਂ ਹਨ ਗੁਲਾਬੀ ਕਰ ਜਾਂਦੀਆਂ ਨੇ। ਤੇ ਮਸਲੀਆਂ ਹੋਈਆਂ ਵੀ ਆਪਣੇ ਵਿੱਚੋਂ ਮਹਿਕ ਦਈਆਂ ਜਾਂਦੀਆਂ ਨੇ। ਸਾਹਿਬਜ਼ਾਦਿਆਂ ਦੇ ਤਨ ਭਾਵੇਂ ਰੇਂਦ ਦਿੱਤੇ ਗਏ, ਉਹਨਾਂ ਦੇ ਸੀਸ ਗਰਦਨਾਂ, ਪਰ ਉਹਨਾਂ ਦੇ ਅੰਦਰੋਂ ਸ਼ਹੀਦੀਆਂ ਦੀ, ਸਿਦਕ ਦੀ, ਕੁਰਬਾਨੀਆਂ ਦੀ, ਸਿੱਖੀ ਪ੍ਰੀਤ ਦੀ, ਜਜ਼ਬਿਆਂ ਦੀ ਮਹਿਕ ਅਜੇ ਵੀ ਆ ਰਹੀ ਹੈ। ਤੇ ਜਿਹੜਾ ਸਾਡੇ ਗ੍ਰੰਥਾਂ ਵਿੱਚ ਜ਼ਿਕਰ ਲਿਖਿਆ ਹੈ, ਜੋ ਕਿ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦੇ ਕਹਿੰਦੇ ਪ੍ਰਾਣ ਜਲਦੀ ਨਿਕਲ ਗਏ, ਖੰਡਾ ਲੱਗਣ ਦੇ ਨਾਲ ਪ੍ਰਾਣ ਬੇਗ ਛੁੱਟ ਗਏ। ਕਿ ਫਤਿਹ ਸਿੰਘ ਦੇ ਜਿਹੜੇ ਪ੍ਰਾਣ ਕਹਿੰਦੇ, ਜਿਹੜੇ ਅੱਧੀ ਘੜੀ ਤੱਕ ਉਹਨਾਂ ਦਾ ਸਰੀਰ ਸ਼ਹੀਦੀ ਦੇ ਹਿਲਜੁਲ ਕਰਦੀ ਰਹੀ, ਭਾਵ ਕਿ 12 ਮਿੰਟ ਤੱਕ ਉਹਨਾਂ ਦੀ ਦੇਹ ਹਿਲਜੁਲ ਕਰਦੀ ਰਹੀ। ਤੇ ਇਸ ਜ਼ੁਲਮੀ ਸਾਕੇ ਦੀ ਇਬਾਰਤ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਲਿਖੀ ਗਈ। ਜਦੋਂ ਲੋਕਾਂ ਨੇ ਇਹ ਗੱਲਾਂ ਸੁਣੀਆਂ, ਤੇ ਲੋਕਾਂ ਨੇ ਕਿਹਾ ਅੱਜ ਇੰਤਹਾ ਹੋ ਗਈ। ਤੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਕਿ इसके बाद हुई अब थोड़ी देर थी, सरहंद की बस्ती ईंटों का ढेर थी। कि साहिबजादे शहादत तो बाद बहुता समा नहीं पिया, सरहंद की धरती मलबा बना दी सी बाबा बंदा सिंह बहादुर ने। साहिबजादियां दे नाम की सी जी उन्हां दा? जोरावर सिंह, फतेह सिंह। साहिबजादियां वड्डियां ने तलवार फड़ के फतेह प्राप्त की, पर माता गुजरी जी ने छोटे साहिबजादे अंदर दीन अमान सिदक दी ਉਹ ਰੌਸ਼ਨੀ ਭਰੀ ਕਿ ਉਹਨਾਂ ਨੇ ਬਿਨਾਂ ਤਲਵਾਰ ਫੜਿਆਂ ਆਪਣੇ ਸਬਰ ਦੇ ਨਾਲ ਜਬਰ ਨੂੰ ਜਿੱਤਦਿਆਂ ਹੋਇਆਂ ਫਤਿਹ ਪਾ ਲਈ ਜੀ। ਸਾਹਿਬਜ਼ਾਦਿਆਂ ਵੱਡਿਆਂ ਨੇ ਤਲਵਾਰ ਫੜੀ ਨਾ, ਨੇਜੇ ਫੜੇ, ਕਟਾਰਾਂ ਫੜੀਆਂ। ਕਹਿੰਦੇ ਇੱਕ ਵਾਰੀ ਜਦੋਂ ਅਨੰਦਪੁਰ ਸਾਹਿਬ ਨਾ ਸ਼ਸਤਰ ਵਿਦਿਆ ਦਾ ਜੌਹਰ ਹੋ ਰਿਹਾ ਸੀ, ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਇਸ ਗੱਲੋਂ ਨਾਰਾਜ਼ ਹੋ ਗਏ ਸਨ, ਮਹਾਰਾਜ ਸਾਨੂੰ ਤਲਵਾਰਾਂ ਨਹੀਂ ਪਕੜਾਉਂਦੇ। 10ਵੇਂ ਪਾਤਸ਼ਾਹ ਕੋਲੋਂ ਇਹ ਗੱਲ ਗਈ, ਮਹਾਰਾਜ ਨੇ ਕਿਹਾ ਤੁਹਾਨੂੰ ਤਲਵਾਰਾਂ ਫੜਨ ਦੀ ਲੋੜ ਹੀ ਨਹੀਂ, ਤੁਹਾਡੀਆਂ ਅਕੀਦਿਆਂ ਦੇ ਵਿੱਚ, ਤੁਹਾਡੀ ਸੁਰਤ ਦੇ ਵਿੱਚ ਇੰਨਾ ਜ਼ੋਰ ਹੈ ਕਿ ਤੁਸੀਂ ਆਪਣੇ ਦਾਦੇ ਵਾਂਗ ਬਿਨਾਂ ਤਲਵਾਰ ਚਲਾਇਆਂ ਵੀ ਜ਼ੁਲਮ ਦੀਆਂ ਤਲਵਾਰਾਂ ਨੂੰ ਖੁੰਡੀਆਂ ਕਰ ਜਾਓਗੇ। ਉਸ ਧਰਤੀ ਦਾ ਨਾਮ ਅੱਜ ਸਰਹੰਦ ਲੋਕੀ ਨਹੀਂ ਲੈਂਦੇ, ਸ਼ਹਿਰ ਦਾ ਨਾਮ ਹੀ ਫਤਿਹਗੜ੍ਹ ਪੈ ਗਿਆ ਜੀ। ਸ਼ਹੀਦ ਦੀ ਵਡਿਆਈ ਅਟੱਲ ਹੈ। ਉਧਰ ਮਾਤਾ ਗੁਜਰੀ ਜੀ ਨੂੰ ਜਦੋਂ ਖਬਰ ਪਤਾ ਲੱਗੀ ਆਪਣੇ ਲਾਲਾਂ ਦੀ, ਨਾਮ ਗੁਜਰੀ ਹੈ, ਅੱਜ ਆਪਣੇ ਨਾਮ ਦੇ ਅਨੁਸਾਰ ਮਾਤਾ ਗੁਜਰੀ ਜੀ ਦੇ ਕੋਲ ਭੱਜੇ ਗਏ ਮੋਤੀ ਰਾਮ ਵਰਗੇ, ਰੋਂਦੇ ਤਾਹਾਂ ਮਾਰਦੇ ਹੋਏ ਕਹਿਣ ਲੱਗੇ, ਮਾਤਾ ਗੁਜਰੀ ਜੀ ਅਡੋਲ ਬੈਠੇ, ਕਹਿਣ ਲੱਗੇ ਆਰਾਮ ਨਾਲ ਗੱਲ ਸੁਣਾ। ਕਹਿਣ ਲੱਗੇ ਮਾਤਾ ਦੀ ਇੰਜ ਲਾਲ ਸ਼ਹੀਦੀ ਪਾ ਕੇ ਮਾਤਾ ਗੁਜਰੀ ਜੀ ਨੇ ਸੋਹਲਾ ਸਾਹਿਬ ਦਾ ਪਾਠ ਕੀਤਾ। ਸਾਡੇ 'ਚ ਨਾ ਇੱਕ ਮਰਿਆਦਾ ਜੀ, ਆਪਾਂ ਨੂੰ ਸ਼ਾਇਦ ਨਹੀਂ ਪਤਾ ਇਹਨਾਂ ਗੱਲਾਂ ਦਾ। ਜਿਹੜਾ ਨਗਰ ਕੀਰਤਨ ਨਿਕਲਦਾ ਨਾ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ, ਉਹ ਜਪਜੀ ਸਾਹਿਬ ਪੜ੍ਹ ਕੇ ਆਰੰਭ ਹੁੰਦਾ ਜੀ, ਤੇ ਜੋਤੀ ਸਰੂਪ ਜਾ ਕੇ ਗੁਰਦੁਆਰਾ ਸਾਹਿਬ ਜਿੱਥੇ ਸ਼ਹੀਦੀਆਂ ਦੇ ਸੰਸਕਾਰ ਹੋਏ ਸ਼ਹੀਦਾਂ ਦੇ, ਉੱਥੇ ਸੋਹਲਾ ਸਾਹਿਬ ਪੜ੍ਹ ਕੇ ਸਮਾਪਤੀ ਹੁੰਦੀ। ਮਾਤਾ ਗੁਜਰੀ ਜੀ ਨੇ ਸੋਹਲਾ ਸਾਹਿਬ ਪੜ੍ਹਿਆ, ਆਪਣੀ ਸੁਰਤ ਨੂੰ ਅਕਾਲ ਪੁਰਖ ਵਿੱਚ ਅਭੇਦ ਕੀਤਾ। ਥੋੜ੍ਹੇ ਪਲਾਂ ਬਾਅਦ ਸਰੀਰ ਤਿਆਗ ਗਏ। ਆਪਣੇ ਦਾਦਿਆਂ, ਆਪਣੇ ਪੋਤਰਿਆਂ ਦੇ ਸਫ਼ਰ ਨਾਲ ਚੱਲੀ ਸੀ ਮਾਤਾ ਗੁਜਰੀ। ਹਰ ਤਨ ਨੂੰ ਆਪਣੇ ਸਰੀਰ ਤੇ ਗੁਜਰਾ ਕੇ, ਹਰ ਘਟਨਾ ਔਕੜ ਔਜੜ ਨੂੰ ਗੁਜਰਾ ਕੇ ਸ਼ਹੀਦੀਆਂ ਦੀ ਬਾਰਗਾਹ ਵਿੱਚ ਜਾ ਰਲੀ। ਤੇ ਅੱਜ 13 ਪੋਹ ਦੇ ਦਿਨ ਸਾਕਾ ਸਰਹੰਦ ਜਿਹੜਾ ਵਾਪਰਿਆ, ਜ਼ੁਲਮ ਦੀ ਇੰਤਹਾ ਹੋ ਗਈ।
ਲੋਕਾਂ ਨੇ ਭਵਿੱਖ ਬਾਣੀਆਂ ਕੀਤੀਆਂ ਕਿ ਹੁਣ ਸਰਹੰਦ ਉੱਜੜ ਜਾਏਗੀ, ਉਹਦਾ ਜ਼ਿਕਰ ਮਿਲਦਾ। ਕਹਿੰਦੇ ਇਸ ਤੋਂ ਬਾਅਦ ਸਰਹੰਦ ਦੀ ਆਬਾਦੀ ਵੈਸੇ ਬੜੀ ਘਟ ਗਈ। ਜਿਹੜੇ ਲੋਕ ਇਨਸਾਨੀਅਤ ਪਸੰਦ ਸਨ ਉਹ ਸਰਹੰਦ ਵਿੱਚੋਂ ਆਪਣਾ ਡੰਡਾ ਡੇਰਾ ਚੁੱਕ ਕੇ ਕਿਧਰੇ ਹੋਰ ਵਸ ਗਏ ਕਿ ਇਸ ਬਦਨਸੀਬ ਇਸ ਜ਼ੁਲਮਾਂ ਦੀ ਇੰਤਹਾ ਵਾਲੀ ਧਰਤੀ ਤੇ ਨਹੀਂ ਰਹਿਣਾ। ਤੇ ਸਾਹਿਬਜ਼ਾਦਿਆਂ ਦੇ ਸਿਦਕ ਨੇ ਜਿਹੜੀਆਂ ਕੂੜ ਦੀਆਂ ਕੰਧਾਂ ਸਨ ਉਹਨੂੰ ਮਿਟਾ ਕੇ ਸੱਚ ਦੀ ਸਮਾਂ ਰੌਸ਼ਨ ਕਰ ਦਿੱਤੀ। ਤਨ ਮਿਟ ਗਏ ਪਰ ਉਹਨਾਂ ਦੇ ਸਿਦਕ, ਉਹਨਾਂ ਦੀਆਂ ਆਤਮਾਵਾਂ, ਉਹਨਾਂ ਦੇ ਰੂਹਾਨੀ ਬਲ ਅਟਲ ਰਹੇ। ਤੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਹੈ ਸਾਹਿਬਜ਼ਾਦਿਆਂ ਬਾਰੇ, ਸਾਡੇ ਬਾਰੇ ਲਿਖਿਆ ਜੀ, ਉਹ ਯਾਦ ਰੱਖਣਾ ਜ਼ਰੂਰੀ ਹੈ। ਹਮ ਜਾਨ ਦੇ ਕਰ ਔਰੋਂ ਕੀ ਜਾਨ ਬਚਾ ਚਲੇ। ਉਹਨਾਂ ਦੀ ਸਿੱਖੀ ਸੂਰਤ ਵਾਲੀ ਜਾਨ ਗਈ ਤੇ ਅੱਜ ਸਾਡੇ ਸਿਰਾਂ ਤੇ ਕੇਸ, ਦਾੜੀਆਂ, ਦਸਤਾਰਾਂ, ਗਲੇ ਗਾਤਰੇ, ਕਿਰਪਾਨਾਂ, ਕੇਸ਼, ਕੰਗੇ ਕੜੇ ਹਨ ਅੱਜ ਸਾਡੇ। ਹਮ ਜਾਨ ਦੇ ਕਰ ਔਰੋਂ ਕੀ ਜਾਨ ਬਚਾ ਚਲੇ। ਆਪਣੇ ਸਿੱਖੀ ਕੀ ਨੀਂਵ ਆਪਣੇ ਸरों ਪਰ ਉਠਾ ਚੱਲੇ। ਕਹਿਣ ਲੱਗੇ ਸਿੱਖੀ ਦੀਆਂ ਨੀਹਾਂ ਦੇ ਵਿੱਚ ਅਸੀਂ ਆਪਣੇ ਸਿਰ ਲਾਏ ਨੇ। ਨੀਂਹ ਦੇ ਵਿੱਚ ਮਜ਼ਬੂਤ ਚੀਜ਼ਾਂ ਲਾਈਆਂ ਜਾਂਦੀਆਂ। ਸਿੱਖੀ ਦੇ ਮਹੱਲ ਦੇ ਵਿੱਚ ਸਾਹਿਬਜ਼ਾਦਿਆਂ ਦੇ ਸੀਸ ਲੱਗੇ ਨੇ। ਸਿੱਖੀ ਕੀ ਨੀਂਵ ਸਿਰੋਂ ਪਰ ਉਠਾ ਚੱਲੇ। ਗੁਰਿਆਈ ਕਾ ਕਿੱਸਾ ਹਮ ਜਹਾਂ ਮੇਂ ਬਣਾ ਚੱਲੇ। ਕਹਿਣ ਲੱਗੇ ਗੁਰਿਆਈ ਦਾ ਕਿੱਸਾ ਬਣ ਜਾਏਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਿਤਾ ਸ਼ਹੀਦ, ਪੁੱਤਰ ਸ਼ਹੀਦ, ਮਾਤਾ ਸ਼ਹੀਦ। ਕਹਿਣ ਲੱਗੇ ਦੁਨੀਆ ਵਿੱਚ ਇੱਕ ਅਜਬ ਕਿੱਸਾ ਬਣਾ ਚੱਲੇ। ਸਿੰਘੋ ਕੀ ਸਲਤਨਤ ਕਾ ਹਮ ਪੌਦਾ ਲਗਾ ਚੱਲੇ, ਕਿ ਸਿੰਘਾਂ ਦੀ ਬਾਦਸ਼ਾਹਤ ਦਾ ਪੌਦਾ ਲਗਾ ਚੱਲੇ। ਤੇ ਉਹ ਬਾਦਸ਼ਾਹ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਕਾਇਮ ਕੀਤੀ। ਇੱਕ ਕਵੀ ਨੇ ਲਿਖਿਆ ਹੈ, ਧੰਨ ਧੰਨ ਗੋਬਿੰਦ ਕੇ ਸੁਤ, ਜ਼ਿਕਰ ਕੀਤਾ ਉਹਨਾਂ ਨੇ, ਧੰਨ ਧੰਨ ਗੋਬਿੰਦ ਕੇ ਸੁਤ, ਤਨ ਕੋ ਲੋਭ ਨਾ ਕੀਨ, ਧਰਮ ਰਾਖ ਕਲ ਮੋਹ ਗਏ, ਦਾਦੇ ਸੋ ਜਸ ਲੀਨ। ਕਿ ਕਲਯੁਗ ਦੇ ਵਿੱਚ ਧਰਮ ਰੱਖ ਗਏ। ਇੱਕ ਵਾਰੀ ਦਾਦੇ ਨੇ ਰੱਖਿਆ ਸੀ ਕਿ ਸੀਸ ਦੀਆ ਪਰ ਸਿਰਨ ਨਾ ਦੀਆ। ਅੱਜ ਉਹਨਾਂ ਦੇ ਪੋਤਰਿਆਂ ਨੇ ਵੀ ਦਾਦੇ ਸੋ ਜਸ ਲੀਨ, ਆਪਣੇ ਦਾਦੇ ਵਰਗਾ ਸਿਦਕ ਤੋਂ ਨਹੀਂ ਡੋਲੇ। ਸੀਸ ਦੇ ਦਿੱਤੇ ਪਰ ਸਿਰੜ ਨਹੀਂ ਦੇ ਦਿੱਤਾ। ਐਸੀ ਲਾਸਾਨੀ ਸ਼ਹਾਦਤ ਨੂੰ ਆਪ ਜੀ ਨਮਨ ਕਰ ਰਹੇ ਹੋ। ਬਾਣੀ 'ਚ ਵਾਕ ਪੜ੍ਹਦੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਅੱਜ 13 ਪੋਹ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 4 ਸਾਹਿਬਜ਼ਾਦਿਆਂ ਦੀ ਅਮਾਨਤ ਉਸ ਸੱਚੇ ਅਕਾਲ ਪੁਰਖ ਨੂੰ ਅਦਾ ਹੋਈ। ਸ਼ਹੀਦੀਆਂ ਦੇ ਜਾਮ ਪੀ ਕੇ, ਸ਼ਹੀਦੀਆਂ ਦੇ ਮਹਾਨ ਰੁਤਬੇ ਪਾ ਕੇ ਆਕਾਸ਼ ਵਿੱਚ ਧਰੂ ਤਾਰੇ ਤੋਂ ਵੀ ਵੱਧ ਚਮਕਦੇ ਹਨ ਸਾਹਿਬਜ਼ਾਦੇ। ਤੇ ਜਿਹੜਾ ਉਹਨਾਂ ਦੇ ਵੱਲ ਦੇਖਦਾ ਨਾ ਜੀ, ਅੱਜ ਉਹਦੇ ਮਨ 'ਚ ਆਪਣੇ ਆਪ ਹੀ ਸ਼ਰਧਾ ਆ ਜਾਂਦੀ, ਆਪਣੇ ਆਪ ਸਿਰ ਝੁਕਦਾ, ਆਪਣੇ ਆਪ ਉਹਦਾ ਮਨ ਪਸੀਜ ਜਾਂਦਾ, ਆਪਣੇ ਆਪ ਉਹਦੇ ਮਨ ਦੇ ਅੰਦਰ ਉਹਨਾਂ ਨੂੰ ਨਮਨ ਕਰਨ ਦਾ ਚਾਅ ਉੱਠਦਾ। ਤੇ ਉਹਨਾਂ ਦੀ ਸ਼ਹੀਦੀਆਂ ਰੱਤ ਵਾਲੇ ਥਾਂ ਨੂੰ ਚੁੰਮ ਕੇ ਹਰ ਕੋਈ ਆਪਣੇ ਆਪ ਨੂੰ ਸੁਭਾਗਾ ਸਮਝਦਾ ਹੈ। ਐਸੇ ਲਾਸਾਨੀ ਗਾਥਾ ਸਾਕਾ ਸਰਹੰਦ ਅੱਜ ਦੇ ਦਿਨ ਵਾਪਰੀ। ਉਸ ਸ਼ਹਾਦਤਾਂ ਦੇ ਮਹਾ ਸਿਲਸਿਲਿਆਂ ਨੂੰ ਆਪ ਜੀ ਨਮਨ ਕਰ ਰਹੇ ਹੋ, ਰੋਮ ਰੋਮ ਸਜਦਾ ਕਰ ਰਹੇ ਹੋ। ਸਾਡੀ ਸਾਰਿਆਂ ਦੀ ਉਹਨਾਂ ਸ਼ਹੀਦਾਂ ਨੂੰ ਕੀਤੀ ਹੋਈ ਨਮਸਕਾਰ ਪ੍ਰਵਾਨ ਹੋਵੇ। ਉਹਨਾਂ ਦੀ ਮੁਬਾਰਕ ਧਰਤੀ ਤੇ ਸੀਸ ਝੁਕਾ ਕੇ ਅਸੀਂ ਆਪਣੇ ਸੀਸ ਸਫਲੇ ਕਰੀਏ। ਆਪ ਜੀ ਦੇ ਸਨਮੁਖ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਦੀ ਲਾਸਾਨੀ ਗਾਥਾ ਦਾ ਵਰਣਨ ਰੱਖਦਿਆਂ, ਉਹਨਾਂ ਨੂੰ ਰੋਮ ਰੋਮ ਨਮਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਸਾਹਿਬਜ਼ਾਦਿਆਂ ਦੀਆਂ ਸ਼ਹੀਦੀ ਦੇਹਾਂ ਦਾ ਧਿਆਨ ਧਰੋ। 9:45 ਤੇ ਦੀ ਸ਼ਹੀਦ ਹੋਏ ਸਾਹਿਬਜ਼ਾਦੇ, ਉਹਨਾਂ ਦਾ ਧਿਆਨ ਧਰੋ। ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਪੂਜਨੀਕ ਮਾਤਾ ਗੁਜਰੀ ਜੀ। ਉਹਨਾਂ ਦੀਆਂ ਸ਼ਹੀਦੀਆਂ ਨੂੰ, ਉਹਨਾਂ ਦੀਆਂ ਕਰਨੀਆਂ ਨੂੰ, ਉਹਨਾਂ ਦੇ ਸਿਦਕਾਂ ਨੂੰ ਬਾਰ-ਬਾਰ ਰੋਮ ਰੋਮ ਨਮਨ ਹੈ। ਗੁਰੂ ਸਾਨੂੰ ਐਸੇ ਸਿੱਖੀ ਸਿਦਕ ਨਾਲ ਨਿਵਾਜੇ। ਅਸੀਂ ਉਹਨਾਂ ਦੇ ਪਾਕ ਕਦਮਾਂ ਤੇ ਚੱਲ ਕੇ ਸਿੱਖੀ ਦੀ ਫੁਲਵਾੜੀ ਨੂੰ ਜਗਤ ਵਿੱਚ ਰੁਸ਼ਨਾਈਏ। ਬਾਰ-ਬਾਰ ਨਮਸਕਾਰ। ਧੰਨ 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 ਜਨ ਆਇਆ ਜਿਸ ਪ੍ਰਸਾਦ, ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਪ ਲੀਏ ਲੜ ਲਾਏ, ਦਰ ਦਰਵੇਸ਼ ਸੇ ਤਿਨ ਧਨ ਜਣੇਂਦੀ ਮਾਓ। ਆਏ ਸਫਲ ਸੇ ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਉਹਨਾਂ ਦੀਆਂ ਕਰਨੀਆਂ ਨੂੰ ਨਮਸਕਾਰ। ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।